ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA ਟੀਵੀ। ਮੈਂ ਹਾਂ ਮੋਹਿਤ ਰੂਬਲ। ਪੰਜਾਬ ਮੇਲ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਪੰਜਾਬ ਮੇਲ ਖਬਰਾਂ ਦੇ ਸਪਾਂਸਰ ਨੇ ਰੀਅਲ ਸਟੇਟ ਬ੍ਰੋਕਰ ਮੋਹਨ ਚੀਮਾ, ਰੀਅਲ ਸਟੇਟ ਦੀ ਦੁਨੀਆ 'ਚ ਮੰਨਿਆ ਪ੍ਰਮੰਨਿਆ ਨਾਮ। ਤੇ ਹੁਣ ਪੇਸ਼ ਨੇ ਅੱਜ ਦੀਆਂ 94ਵੀਆਂ ਖਬਰਾਂ। ਕੈਨੇਡਾ ਅਮਰੀਕਾ ਸਰਹੱਦ ਉੱਤੇ ਪੰਜਾਬੀ ਟਰੱਕ ਡਰਾਈਵਰ ਨਸ਼ਿਆਂ ਦੀ ਖੇਪ ਸਣੇ ਗ੍ਰਿਫਤਾਰ। ਅਮਰੀਕਾ 'ਚ H1B ਵੀਜ਼ਾ ਕਾਮਿਆਂ ਦੀਆਂ ਪਤਨੀਆਂ ਨੂੰ ਵੱਡੀ ਰਾਹਤ। YouTube ਨੇ ਟਰੰਪ ਦੇ ਅਕਾਊਂਟ ਨੂੰ ਅਣਮਿੱਥੇ ਸਮੇਂ ਲਈ ਕੀਤਾ ਸਸਪੈਂਡ। ਬਲਿੰਕਨ ਬਣੇ ਅਮਰੀਕਾ ਦੇ ਨਵੇਂ ਵਿਦੇਸ਼ ਮੰਤਰੀ। ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਲਗਵਾਈ ਕਰੋਨਾ ਟੀਕੇ ਦੀ ਦੂਜੀ ਖੁਰਾਕ। ਬਾਈਡਨ ਨੇ ਸਾਊਦੀ ਅਰਬ ਤੇ UAE ਨੂੰ ਦਿੱਤਾ ਝਟਕਾ, ਹਥਿਆਰਾਂ ਦੀ ਵਿਕਰੀ ਉੱਤੇ ਲਗਾਈ ਰੋਕ। ਬਾਈਡਨ ਪ੍ਰਸ਼ਾਸਨ ਰਾਜਾਂ ਨੂੰ ਕਰੋਨਾ ਟੀਕਿਆਂ ਦੀ ਸਪਲਾਈ ਵਿੱਚ ਕਰੇਗਾ ਵਾਧਾ। ਤੇ ਹੁਣ ਪੇਸ਼ ਨੇ ਖਬਰਾਂ ਵਿਸਤਾਰ ਨਾਲ। ਅਮਰੀਕਾ ਨੇ ਰਾਸ਼ਟਰੀ ਅਤਲਵਾਦ ਬੁਲੇਟਿਨ ਜਾਰੀ ਕਰਕੇ ਕਿਹਾ ਹੈ ਕਿ ਮੌਜੂਦਾ ਸਮੇਂ ਅੱਤਵਾਦੀ ਖਤਰਾ ਮੰਡਰਾ ਰਿਹਾ ਹੈ। ਅਮਰੀਕੀ ਹੋਮਲੈਂਡ ਸਿਕਿਉਰਿਟੀ ਮੰਤਰਾਲੇ ਮੁਤਾਬਕ ਪੂਰੇ ਦੇਸ਼ ਵਿੱਚ ਖਤਰੇ ਦਾ ਮਾਹੌਲ ਵਿਆਪਕ ਹੈ, ਜਿਸ ਦੇ ਆਗਾਮੀ ਹਫ਼ਤਿਆਂ ਵਿੱਚ ਜਾਰੀ ਰਹਿਣ ਦੇ ਆਸਾਰ ਹਨ। ਮੀਡੀਆ 'ਚ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਦੇ ਕਾਰਜਵਾਹਕ ਹੋਮਲੈਂਡ ਸਿਕਿਉਰਿਟੀ ਮੰਤਰੀ ਨੇ ਖੂਫੀਆ ਏਜੰਸੀਆਂ ਨੂੰ ਸਲਾਹ ਤੋਂ ਬਾਅਦ ਰਾਸ਼ਟਰੀ ਅੱਤਵਾਦ ਪਰਾਮਰਸ਼ ਪ੍ਰਣਾਲੀ ਬੁਲੇਟਿਨ ਜਾਰੀ ਕੀਤਾ ਹੈ। ਬੁਲੇਟਿਨ 'ਚ ਕਿਹਾ ਕਿ ਪੂਰੇ ਅਮਰੀਕਾ ਵਿੱਚ ਅਜੇ ਮੌਜੂਦਾ ਸਮੇਂ ਵਿੱਚ ਖਤਰੇ ਦਾ ਵਾਤਾਵਰਣ ਬਣ ਗਿਆ, ਜਿਸ ਦੇ ਆਗਾਮੀ ਹਫ਼ਤਿਆਂ 'ਚ ਹੀ ਜਾਰੀ ਰਹਿਣ ਦੇ ਆਸਾਰ ਨੇ। ਬਿਆਨ 'ਚ ਕਿਹਾ ਗਿਆ ਹੈ ਕਿ ਵਿਭਾਗ ਦੇ ਕੋਲ ਸਾਜ਼ਿਸ਼ ਬਾਰੇ ਕੋਈ ਸੂਚਨਾ ਨਹੀਂ ਹੈ। ਹਾਲਾਂਕਿ ਹਾਲ ਹੀ ਦੇ ਦਿਨਾਂ ਵਿੱਚ ਕਈ ਹਿੰਸਕ ਘਟਨਾਵਾਂ ਹੋਈਆਂ ਨੇ। ਜ਼ਿਕਰਯੋਗ ਹੈ ਕਿ 6 ਜਨਵਰੀ ਨੂੰ ਅਮਰੀਕਾ ਦੇ ਕੈਪੀਟਲ ਹਿਲਸ ਦੇ ਪੂਰਵ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕਾਂ ਨੇ ਜੰਮ ਕੇ ਬਵਾਲ ਕੀਤਾ ਸੀ। ਇਸ ਘਟਨਾ ਵਿੱਚ ਇੱਕ ਪੁਲਿਸ ਕਰਮੀ ਸਮੇਤ 5 ਲੋਕ ਮਾਰੇ ਗਏ ਸਨ। ਇਸ ਹੰਗਾਮੇ ਵਿੱਚ ਸ਼ਾਮਲ ਲੋਕਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਮੀਡੀਆ 'ਚ ਜਾਰੀ ਬਿਆਨ ਦੇ ਮੁਤਾਬਕ ਅਮਰੀਕਾ ਦੇ ਕਾਰਜਕਾਰੀ ਹੋਮਲੈਂਡ ਸਿਕਿਉਰਿਟੀ ਮੰਤਰੀ ਨੇ ਖੂਫੀਆ ਅਤੇ ਕਾਨੂੰਨ ਪਰਿਵਰਤਨ ਏਜੰਸੀਆਂ ਨੂੰ ਸਲਾਹ ਤੋਂ ਬਾਅਦ ਇਹ ਬੁਲੇਟਿਨ ਜਾਰੀ ਕੀਤਾ ਹੈ। ਕੈਨੇਡਾ ਦਾ ਸ਼ਹਿਰ ਕੈਲਗਰੀ ਪੰਜਾਬੀਆਂ ਦੀ ਸੰਘਣੀ ਆਬਾਦੀ ਵਾਲੇ ਸ਼ਹਿਰ ਵਜੋਂ ਜਾਣਿਆ ਜਾਂਦਾ ਹੈ। ਕੈਲਗਰੀ ਦੇ ਇੱਕ 38 ਸਾਲਾ ਪੰਜਾਬੀ ਟਰੱਕ ਡਰਾਈਵਰ ਅਮਰਪ੍ਰੀਤ ਸਿੰਘ ਸੰਧੂ ਨੂੰ ਅਲਬਰਟਾ ਮੋਂਟਾਨਾ ਸਰਹੱਦ ਉੱਤੇ ਨਸ਼ਿਆਂ ਦੀ ਵੱਡੀ ਖੇਪ ਸਣੇ ਗ੍ਰਿਫਤਾਰ ਕੀਤਾ ਗਿਆ। ਟਰੱਕ ਡਰਾਈਵਰ ਅਮਰਪ੍ਰੀਤ ਸਿੰਘ ਦੇ ਟਰੱਕ ਵਿੱਚੋਂ ਲੰਘੇ ਦਿਨੀ ਕ੍ਰਿਸਮਸ ਵਾਲੇ ਦਿਨ 228.14 ਕਿਲੋਗ੍ਰਾਮ ਮਿਥੇਨਫਟਾਮਾਈਨ ਨਾਮਕ ਡਰੱਗਸ ਬਰਾਮਦ ਹੋਈ ਸੀ। ਇਸ ਦੀ ਬਾਜ਼ਾਰ ਵਿੱਚ ਕੀਮਤ 28.5 ਮਿਲੀਅਨ ਡਾਲਰ ਦੇ ਕਰੀਬ ਹੈ। ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਨੇ ਜਿਸ ਟਰੱਕ ਵਿੱਚ 228.14 ਕਿਲੋਗ੍ਰਾਮ ਮਿਥੇਨਫਟਾਮਾਈਨ ਫੜੀ ਗਏ, ਉਹ ਅਮਰੀਕਾ ਤੋਂ ਕੈਨੇਡਾ ਵਾਪਸ ਆ ਰਿਹਾ ਸੀ। ਭਾਵੇਂ ਅਮਰਪ੍ਰੀਤ ਸਿੰਘ ਨੂੰ 14 ਜਨਵਰੀ ਵਾਲੇ ਦਿਨ ਹਿਰਾਸਤ 'ਚੋਂ ਰਿਹਾਈ ਮਿਲ ਗਈ ਸੀ, ਪਰ ਹੁਣ ਅਦਾਲਤ ਵਿੱਚ ਉਸ ਦੀ ਅਗਲੀ ਪੇਸ਼ੀ 11 ਫਰਵਰੀ ਨੂੰ ਹੋਵੇਗੀ। ਹੁਣ ਅੱਗੇ ਅਦਾਲਤ ਵਿੱਚ ਫੈਸਲਾ ਹੋਵੇਗਾ ਕਿ ਇਸ ਬਰਾਮਦਗੀ ਵਿੱਚ ਕੌਣ ਇਸ ਦਾ ਦੋਸ਼ੀ ਹੈ ਤੇ ਨਸ਼ੀਲੇ ਪਦਾਰਥ ਦਾ ਸਬੰਧ ਕਿਹੜੇ-ਕਿਹੜੇ ਲੋਕਾਂ ਨਾਲ ਸੀ। ਦੱਸ ਦਈਏ ਕਿ ਕੈਨੇਡਾ ਵਿੱਚ ਬਹੁਤ ਸਾਰੇ ਪੰਜਾਬੀ ਨਸ਼ਿਆਂ ਦੀ ਦਲਦਲ ਵਿੱਚ ਫਸੇ ਹੋਏ ਨੇ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਆਪਣੇ ਕਾਰਜਕਾਲ ਦੇ 7ਵੇਂ ਦਿਨ H4 ਵਰਕ ਪਰਮਿਟ ਧਾਰਕਾਂ ਨਾਲ ਸੰਬੰਧਿਤ ਫਾਈਲ ਵਾਪਸ ਲੈ ਜਾਣ ਨਾਲ H1B ਵੀਜ਼ਾ ਧਾਰਕ ਕਾਮਿਆਂ ਦੀਆਂ ਪਤਨੀਆਂ ਨੂੰ ਵੱਡੀ ਰਾਹਤ ਮਿਲੀ ਹੈ। ਅਮਰੀਕਾ ਵਿੱਚ H1B ਵੀਜ਼ੇ ਉੱਤੇ ਕੰਮ ਕਰਦੇ ਭਾਰਤੀਆਂ ਲਈ ਇਹ ਵੱਡੀ ਖਬਰ ਹੈ, ਕਿਉਂਕਿ ਸਾਬਕਾ ਅਮਰੀਕੀ ਸਦਰ ਡੋਨਾਲਡ ਟਰੰਪ ਵੱਲੋਂ ਪਾਸ ਕੀਤੇ ਕਾਨੂੰਨ ਕਰਕੇ ਇਹਨਾਂ ਕਾਮਿਆਂ ਦੀ ਪਤਨੀਆਂ ਉੱਤੇ ਪਿਛਲੇ 4 ਸਾਲਾਂ ਤੋਂ ਫਿਕਰਮੰਦੀ ਦੀ ਤਲਵਾਰ ਲਟਕੀ ਹੋਈ ਸੀ। ਇਸ ਕਾਨੂੰਨ ਤਹਿਤ H1B ਕਾਮਿਆਂ ਦੀਆਂ ਪਤਨੀਆਂ ਦੇ ਕੰਮ ਕਰਨ ਉੱਤੇ ਪਾਬੰਦੀ ਸੀ। ਬਾਈਡਨ ਦੀ ਇਸ ਪੇਸ਼ਕਸ਼ੀ ਨਾਲ ਟਰੰਪ ਪ੍ਰਸ਼ਾਸਨ ਵੱਲੋਂ ਓਬਾਮਾ ਯੁੱਗ ਦੇ ਕਾਨੂੰਨਾਂ ਨੂੰ ਮਨਸੂਖ ਕਰਨ ਦੇ ਯਤਨਾਂ ਦਾ ਭੋਗ ਪੈ ਗਿਆ। ਅਮਰੀਕੀ ਮੀਡੀਆ ਨੇ ਦੱਸਿਆ ਕਿ YouTube ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਕਾਊਂਟ ਨੂੰ ਅਣਮੱਥੇ ਸਮੇਂ ਲਈ ਮੁਅੱਤਲ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਸਾਬਕਾ ਰਾਸ਼ਟਰਪਤੀ ਦੇ ਵਕੀਲ ਰੂਡੀ ਗਿਓਲਾਨੀ ਨੂੰ ਵੀ ਆਪਣੇ ਕਲਿੱਪ ਦਾ ਮੋਨੇਟਾਈਜੇਸ਼ਨ ਕਰਨ ਤੋਂ ਰੋਕ ਦੇਵੇਗਾ। ਕਰੀਬ 1 ਹਫ਼ਤੇ ਬਾਅਦ ਸੋਸ਼ਲ ਮੀਡੀਆ ਦੇ ਦਿੱਗਜ ਕੰਪਨੀ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਉਹ ਟਰੰਪ ਦੇ ਚੈਨਲ ਉੱਤੇ ਪਾਬੰਦੀ ਨੂੰ ਵਧਾ ਰਹੇ ਨੇ। ਟਰੰਪ ਦੇ ਚੈਨਲ ਦੇ 30 ਲੱਖ ਦੇ ਕਰੀਬ ਸਬਸਕ੍ਰਾਈਬਰ ਹਨ। ਅਮਰੀਕਾ ਵਿੱਚ 6 ਜਨਵਰੀ ਨੂੰ ਹੋਏ ਕੈਪੀਟਲ ਹਿਲ ਦੰਗਿਆਂ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਕੁਝ ਸੋਸ਼ਲ ਮੀਡੀਆ ਦੇ ਪਲੇਟਫਾਰਮ ਨੇ ਪਹਿਲਾਂ ਹੀ ਟਰੰਪ ਦੇ ਅਕਾਊਂਟਸ ਉੱਤੇ ਪਾਬੰਦੀ ਲਗਾ ਦਿੱਤੀ ਸੀ। YouTube ਨੇ ਹੁਣ ਆਪਣੀ ਪਾਬੰਦੀ ਦੀ ਪੁਸ਼ਟੀ ਕੀਤੀ ਹੈ। ਗੂਗਲ ਦੀ ਮਲਕੀਅਤ ਵਾਲੀ ਸੰਸਥਾ YouTube ਦੇ ਵਾਸ਼ਿੰਗਟਨ ਵਿੱਚ ਹੋਈ ਹਿੰਸਾ ਤੋਂ ਬਾਅਦ ਹੌਲੀ ਪ੍ਰਤੀਕਿਰਿਆ ਅਤੇ ਦੰਗਿਆਂ ਨੂੰ ਭੜਕਾਉਣ ਵਾਲੀਆਂ ਵੀਡੀਓਜ਼ ਰਾਹੀਂ ਪ੍ਰਸਾਰ ਲਈ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ। YouTube ਦੇ ਬੁਲਾਰੇ ਅਮਰੀਕੀ ਰਾਜਨੀਤਿਕ ਖਬਰਾਂ ਦੀ ਸੰਸਥਾ ਪੋਲੀਟਿਕੋ ਦੇ ਹਵਾਲੇ ਉੱਤੇ ਦੱਸਿਆ ਕਿ ਹਿੰਸਾ ਦੇ ਖਦਸ਼ੇ ਦੇ ਮੱਦੇਨਜ਼ਰ ਡੋਨਾਲਡ ਟਰੰਪ ਦਾ ਚੈਨਲ ਮੁਅੱਤਲ ਰਹੇਗਾ। ਗੁੰਮਰਾਹਕੁਨ ਜਾਣਕਾਰੀ ਦੇਣ ਵਾਲੀ ਪੋਸਟ ਕਰਨ ਦੇ ਚਲਦੇ ਕਾਰਵਾਈ ਕੀਤੀ ਗਈ। ਉਹਨਾਂ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਦੇ ਵਕੀਲ ਰੂਡੀ ਦੇ ਅਕਾਊਂਟ ਨੂੰ ਭਾਗੀਦਾਰ ਪ੍ਰੋਗਰਾਮ ਤੋਂ ਰੋਕ ਦਿੱਤਾ ਜਾਵੇਗਾ। ਅਮਰੀਕੀ ਚੋਣਾਂ ਦੇ ਬਾਰੇ ਵਿੱਚ ਗੁੰਮਰਾਹਕੁਨ ਜਾਣਕਾਰੀ ਪੋਸਟ ਕਰਨ ਦੇ ਕਾਰਨ ਇਹ ਕਾਰਵਾਈ ਕੀਤੀ ਗਈ ਹੈ। ਇਹ ਫੈਸਲਾ ਕੰਪਨੀ ਦੀ ਨੀਤੀ ਦੀ ਵਾਰ-ਵਾਰ ਉਲੰਘਣ ਕਰਨ ਤੋਂ ਬਾਅਦ ਲਿਆ ਗਿਆ। ਅਮਰੀਕਾ ਦੇ ਨਵੇਂ ਵਿਦੇਸ਼ ਮੰਤਰੀ ਐਂਥਨੀ ਬਲਿੰਕਨ ਨੇ ਅਹੁਦਾ ਸੰਭਾਲਦੇ ਹੀ ਗੁਆਂਢੀ ਦੇਸ਼ਾਂ ਮੈਕਸੀਕੋ, ਕੈਨੇਡਾ ਅਤੇ ਏਸ਼ੀਆ ਦੇ ਆਪਣੇ 2 ਸਹਿਯੋਗੀ ਦੇਸ਼ਾਂ ਦੱਖਣੀ ਕੋਰੀਆ ਅਤੇ ਜਾਪਾਨ ਦੇ ਵਿਦੇਸ਼ ਮੰਤਰੀਆਂ ਨੂੰ ਫੋਨ ਕੀਤਾ ਅਤੇ ਅਮਰੀਕੀ ਕੂਟਨੀਤੀ ਨੂੰ ਨਵਾਂ ਊਰਜਾ ਦੇਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ।
ਰਾਸ਼ਟਰਪਤੀ ਜੋ ਬਾਈਡਨ ਦੇ ਲੰਬੇ ਸਮੇਂ ਤੋਂ ਸਹਿਯੋਗੀ ਰਹੇ ਬਲਿੰਕਨ ਵੱਲੋਂ ਦੱਖਣੀ ਕੋਰੀਆ ਅਤੇ ਜਾਪਾਨ ਦੇ ਆਪਣੇ ਹਮਰੁਤਬਿਆਂ ਨੂੰ ਫੋਨ ਕਰਨਾ ਇਸ ਗੱਲ ਦਾ ਸੰਕੇਤ ਹੈ ਕਿ ਹਿੰਦੂ ਪ੍ਰਸ਼ਾਂਤ ਖੇਤਰ ਨੂੰ ਬਾਈਡਨ ਪ੍ਰਸ਼ਾਸਨ ਪੂਰੀ ਤਰਜੀਹ ਦੇ ਰਿਹਾ ਹੈ। ਇਸ ਦੀ ਸ਼ੁਰੂਆਤ ਓਬਾਮਾ ਪ੍ਰਸ਼ਾਸਨ ਨੇ ਕੀਤੀ ਸੀ। ਟਰੰਪ ਨੇ ਇਸ ਨੂੰ ਮਜ਼ਬੂਤ ਕੀਤਾ ਸੀ। ਅਮਰੀਕੀ ਸੈਨੇਟ ਤੋਂ ਨਾਂ ਦੀ ਮਨਜ਼ੂਰੀ ਮਿਲਣ ਤੋਂ ਤੁਰੰਤ ਬਾਅਦ ਮੰਗਲਵਾਰ ਨੂੰ ਬਲਿੰਕਨ ਨੂੰ ਕੈਰਲ ਜ਼ੈਡ ਪੈਰਿਸ ਦੀ ਅਹੁਦੇ ਦੀ ਸਹੁੰ ਚੁਕਾਈ। ਬੁੱਧਵਾਰ ਨੂੰ ਬਲਿੰਕਨ ਦਾ ਵਿਦੇਸ਼ ਮੰਤਰਾਲਾ 'ਚ ਰਸਮੀ ਸਵਾਗਤ ਕੀਤਾ ਜਾਵੇਗਾ। ਉਹਨਾਂ ਨੇ ਟਵੀਟ ਕੀਤਾ ਕਿ ਅਸੀਂ ਵਿਸ਼ਵ ਵਿੱਚ ਆਪਣੇ ਹਿੱਤਾਂ ਅਤੇ ਮੁੱਲਾਂ ਨੂੰ ਅੱਗੇ ਵਧਾਉਣ ਲਈ ਅਮਰੀਕੀ ਕੂਟਨੀਤੀ ਨੂੰ ਨਵੀਂ ਊਰਜਾ ਦੇਵਾਂਗੇ। ਉਹਨਾਂ ਨੇ ਕਿਹਾ ਕਿ ਅਮਰੀਕੀ ਅਗਵਾਈ ਮਾਇਨੇ ਰੱਖਦੀ ਹੈ ਅਤੇ ਸਾਡੇ ਅੰਦਰ ਉਹ ਸਮਰੱਥਾ ਹੈ ਕਿ ਅਸੀਂ ਆਪਣੇ ਸਹਿਯੋਗੀਆਂ ਨੂੰ ਅੱਜ ਦੇ ਸਮੇਂ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਸਾਥ ਲੈ ਸਕਣ। ਅਸੀਂ ਰਾਸ਼ਟਰਪਤੀ ਬਾਈਡਨ ਦੀ ਵਿਦੇਸ਼ ਨੀਤੀ ਵਿੱਚ ਅਜਿਹਾ ਨਜ਼ਰੀਆ ਜੋ ਅਮਰੀਕਾ ਦੀ ਸੁਰੱਖਿਆ, ਖੁਸ਼ਹਾਲੀ ਅਤੇ ਕਦਰਾਂ ਕੀਮਤਾਂ ਨੂੰ ਉਤਸ਼ਾਹ ਦਿੰਦਾ ਹੈ। ਅਮਰੀਕਾ ਦੀ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਉਹਨਾਂ ਦੇ ਪਤੀ ਡਗ ਐਂਫੋ ਨੂੰ ਮੰਗਲਵਾਰ ਦੇ ਦਿਨ ਮੈਰੀਲੈਂਡ ਦੇ ਬੈਥੇਸਡਾ ਵਿੱਚ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਵਿਖੇ ਕੋਰੋਨਾ ਵਾਇਰਸ ਟੀਕੇ ਦੀ ਦੂਜੀ ਖੁਰਾਕ ਦਿੱਤੀ ਗਈ। ਟੀਕਾ ਲਗਾਉਣ ਤੋਂ ਬਾਅਦ ਹੈਰਿਸ ਨੇ ਅਮਰੀਕਾ ਵਾਸੀਆਂ ਨੂੰ ਇਹ ਟੀਕਾ ਲਗਾਉਣ ਲਈ ਉਤਸ਼ਾਹਿਤ ਕਰਦਿਆਂ ਕਿਹਾ ਕਿ ਇਸ ਟੀਕਾਕਰਨ ਦੇ ਨਾਲ ਲੋਕਾਂ ਦੇ ਪਰਿਵਾਰ ਅਤੇ ਕਮਿਊਨਿਟੀ ਦੀ ਜ਼ਿੰਦਗੀ ਬਚੇਗੀ। ਉਪ ਰਾਸ਼ਟਰਪਤੀ ਨੇ ਟੀਕੇ ਦੀ ਪਹਿਲੀ ਖੁਰਾਕ 26 ਦਸੰਬਰ ਨੂੰ ਪ੍ਰਾਪਤ ਕੀਤੀ ਸੀ, ਜਦਕਿ ਰਾਸ਼ਟਰਪਤੀ ਜੋ ਬਾਈਡਨ ਨੇ ਆਪਣੀ ਪਹਿਲੀ ਖੁਰਾਕ 21 ਦਸੰਬਰ ਨੂੰ ਲੈਣ ਤੋਂ ਬਾਅਦ ਦੂਜੀ ਖੁਰਾਕ 11 ਜਨਵਰੀ ਨੂੰ ਉਦਘਾਟਨ ਦਿਵਸ ਤੋਂ ਪਹਿਲਾਂ ਪ੍ਰਾਪਤ ਕੀਤੀ ਸੀ। ਟੀਕਾਕਰਨ ਪ੍ਰਕਿਰਿਆ ਵਿੱਚ ਆਕਸਫੋਰਡ ਯੂਨੀਵਰਸਿਟੀ ਦੇ ਅਨੁਸਾਰ ਸੰਯੁਕਤ ਰਾਜ ਅਮਰੀਕਾ ਦੇਸ਼ ਦੀ ਆਬਾਦੀ ਦੇ ਆਧਾਰ ਤੇ ਇਜ਼ਰਾਈਲ, ਸੰਯੁਕਤ ਅਰਬ ਅਮੀਰਾਤ, ਬ੍ਰਿਟੇਨ ਅਤੇ ਬਹਿਰੀਨ ਤੋਂ ਬਾਅਦ 5ਵੇਂ ਨੰਬਰ ਉੱਤੇ। CDC ਦੇ ਅਨੁਸਾਰ ਦੇਸ਼ ਭਰ ਵਿੱਚ ਲਗਭਗ 19.3 ਮਿਲੀਅਨ ਲੋਕਾਂ ਨੂੰ ਟੀਕੇ ਦੀ ਘੱਟੋ-ਘੱਟ ਇੱਕ ਖੁਰਾਕ ਮਿਲੀ ਹੈ, ਜਦਕਿ ਤਕਰੀਬਨ 3 ਮਿਲੀਅਨ ਲੋਕ ਇਸ ਦੀ ਦੂਜੀ ਖੁਰਾਕ ਪ੍ਰਾਪਤ ਕਰ ਚੁੱਕੇ ਨੇ। ਸਰਕਾਰ ਦੁਆਰਾ ਰਾਜਾਂ ਨੂੰ ਵੰਡੀਆਂ ਗਈਆਂ 41 ਮਿਲੀਅਨ ਖੁਰਾਕਾਂ ਵਿੱਚੋਂ ਲਗਭਗ 55% ਟੀਕੇ ਲਗਾਏ ਗਏ ਨੇ। ਵਾਇਰਸ ਸੰਬੰਧੀ ਜਾਰੀ ਕੀਤੇ ਅੰਕੜਿਆਂ ਅਨੁਸਾਰ ਤਕਰੀਬਨ 4,19,000 ਤੋਂ ਵੱਧ ਅਮਰੀਕੀ ਵਾਇਰਸ ਨਾਲ ਮਾਰੇ ਗਏ ਹਨ ਅਤੇ 25 ਮਿਲੀਅਨ ਤੋਂ ਵੱਧ ਇਸ ਦੀ ਲਾਗ ਨਾਲ ਸੰਕਰਮਿਤ ਹੋ ਚੁੱਕੇ ਨੇ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਡੋਨਲਡ ਟਰੰਪ ਦੇ ਖਾਸ ਰਹੇ ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਨੂੰ ਵੱਡਾ ਝਟਕਾ ਦਿੰਦੇ ਹੋਏ ਅਰਬਾਂ ਡਾਲਰਾਂ ਦੇ ਹਥਿਆਰਾਂ ਦੀ ਵਿਕਰੀ ਉੱਤੇ ਰੋਕ ਲਾਈ ਹੈ। ਅਮਰੀਕਾ ਨੇ ਐਲਾਨ ਕੀਤਾ ਕਿ ਉਹ ਟਰੰਪ ਦੇ ਹਥਿਆਰਾਂ ਦੇ ਸੌਦਿਆਂ ਦੀ ਵੱਡੀ ਪੱਧਰ ਉੱਤੇ ਸਮੀਖਿਆ ਕਰ ਰਿਹਾ ਹੈ। ਉੱਥੇ ਹੀ ਅਮਰੀਕਾ ਦੇ ਨਵੇਂ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਇਸ ਦੀ ਪੁਸ਼ਟੀ ਕੀਤੀ ਤੇ ਕਿਹਾ ਕਿ ਨਵੇਂ ਪ੍ਰਸ਼ਾਸਨ ਇਹਨਾਂ ਸਮਝੌਤਿਆਂ ਵਿੱਚ UAE ਨਾਲ ਅਮਰੀਕਾ ਦੇ ਸਭ ਤੋਂ ਘਾਤਕ F-35 ਫਾਈਟਰ ਜੈਟ ਦੀ ਡੀਲ ਵੀ ਸ਼ਾਮਲ ਹੈ। ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਕਿ ਮੁਲਤਵੀ ਕੀਤਾ ਗਿਆ ਹਥਿਆਰ ਸਮਝੌਤਾ ਸਮੀਖਿਆ ਅਧੀਨ ਹੈ। ਉਹਨਾਂ ਕਿਹਾ ਕਿ ਪ੍ਰਸ਼ਾਸਨ ਇਹ ਸੁਨਿਸ਼ਚਿਤ ਕਰੇਗਾ ਕਿ ਜੋ ਕੁਝ ਵੀ ਵਿਚਾਰ ਕੀਤਾ ਜਾ ਰਿਹਾ ਹੈ ਉਹ ਸਾਡੇ ਰਣਨੀਤਿਕ ਟੀਚਿਆਂ ਅਤੇ ਵਿਦੇਸ਼ ਨੀਤੀ ਨੂੰ ਅੱਗੇ ਵਧਾਵੇ। ਬਲਿੰਕਨ ਨੇ ਇਹ ਨਹੀਂ ਦੱਸਿਆ ਕਿ ਉਹਨਾਂ ਨੇ ਇਹ ਬਿਆਨ ਕਿਸ ਦੇਸ਼ ਲਈ ਕੀਤਾ ਹੈ। ਟਰੰਪ ਪ੍ਰਸ਼ਾਸਨ ਦੇ ਅਰਬਾਂ ਡਾਲਰਾਂ ਦੇ ਹਥਿਆਰਾਂ ਦੀ ਡੀਲ ਕਰਨ ਦੇ ਬਾਅਦ ਹੁਣ ਬਾਈਡਨ ਵੱਲੋਂ ਇਹਨਾਂ ਦੀ ਸਮੀਖਿਆ ਕਰਨਾ ਅਮਰੀਕਾ ਦੀਆਂ ਨੀਤੀਆਂ ਵਿੱਚ ਵੱਡੇ ਬਦਲਾਅ ਦਾ ਸੰਕੇਤ ਮੰਨੇ ਜਾ ਰਹੇ ਨੇ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦੇਸ਼ ਵਿੱਚ ਕੋਰੋਨਾ ਟੀਕਾਕਰਨ ਪ੍ਰਕਿਰਿਆ ਨੂੰ ਤੇਜ਼ ਕਰਨ ਦੇ ਹਰ ਸੰਭਵ ਯਤਨ ਕਰ ਰਹੇ ਨੇ। ਇਸ ਸੰਬੰਧੀ ਮੰਗਲਵਾਰ ਨੂੰ ਵਾਈਟ ਹਾਊਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਬਾਈਡਨ ਪ੍ਰਸ਼ਾਸਨ ਅਗਲੇ ਹਫ਼ਤੇ ਰਾਜਾਂ ਅਤੇ ਪ੍ਰਦੇਸ਼ਾਂ ਨੂੰ ਕੋਵਿਡ-19 ਟੀਕਿਆਂ ਦੀ ਸਪਤਾਹਿਕ ਸਪਲਾਈ ਨੂੰ 16% ਤੱਕ ਵਧਾ ਰਿਹਾ ਹੈ ਅਤੇ ਰਾਜਪਾਲਾਂ ਨੂੰ ਇਸ ਲਈ ਨੋਟਿਸ ਦੇਣ ਦੀ ਯੋਜਨਾ ਵੀ ਬਣਾ ਰਿਹਾ ਹੈ। ਇਸ ਲਈ ਸਪਲਾਈ ਯੋਜਨਾ ਤਹਿਤ ਰਾਜਾਂ, ਪ੍ਰਦੇਸ਼ਾਂ ਅਤੇ ਅਮਰੀਕੀ ਕਬੀਲਿਆਂ ਨੂੰ ਟੀਕੇ ਦੀ ਸਪਲਾਈ ਅਗਲੇ ਹਫ਼ਤੇ 10 ਮਿਲੀਅਨ ਖੁਰਾਕਾਂ ਤੱਕ ਵਧਾਈ ਜਾਵੇਗੀ, ਜੋ ਕਿ 8.6 ਮਿਲੀਅਨ ਤੋਂ ਵੱਧ ਕੇ ਅਗਲੇ 3 ਹਫ਼ਤਿਆਂ ਤੱਕ ਇਸ ਦਰ ਤੇ ਜਾਰੀ ਰਹੇਗੀ। ਇਸ ਦੇ ਇਲਾਵਾ ਬਾਈਡਨ ਸਰਕਾਰ ਕੋਵਿਡ-19 ਟੀਕਿਆਂ ਦੀਆਂ 200 ਮਿਲੀਅਨ ਖੁਰਾਕਾਂ ਖਰੀਦਣ ਦੀ ਯੋਜਨਾ ਬਣਾ ਰਹੀ ਹੈ, ਜਿਨ੍ਹਾਂ ਵਿੱਚ ਫਾਈਜ਼ਰ ਦੀਆਂ 100 ਅਤੇ ਮੋਡਰਨ ਟੀਕੇ ਦੀਆਂ 100 ਮਿਲੀਅਨ ਖੁਰਾਕਾਂ ਸ਼ਾਮਿਲ ਨੇ, ਜਦਕਿ ਪ੍ਰਸ਼ਾਸਨ ਅਗਲੇ ਹਫ਼ਤੇ ਮੋਡਰਨਾ ਟੀਕੇ ਦੀਆਂ 5.7 ਮਿਲੀਅਨ ਅਤੇ ਫਾਈਜ਼ਰ ਟੀਕੇ ਦੀਆਂ 4.3 ਮਿਲੀਅਨ ਖੁਰਾਕਾਂ ਭੇਜ ਰਿਹਾ ਹੈ। ਕੋਰੋਨਾ ਟੀਕਿਆਂ ਦੀ ਇਸ ਖਰੀਦ ਨਾਲ ਦੇਸ਼ ਵਿੱਚ ਟੀਕਿਆਂ ਦੇ ਆਰਡਰ ਦਾ ਕੁੱਲ ਸਟਾਕ ਮੌਜੂਦਾ 400 ਮਿਲੀਅਨ ਖੁਰਾਕਾਂ ਤੋਂ ਵੱਧ ਕੇ 600 ਮਿਲੀਅਨ ਖੁਰਾਕਾਂ ਤੱਕ ਪਹੁੰਚ ਜਾਵੇਗਾ, ਜਿਸ ਨਾਲ 300 ਮਿਲੀਅਨ ਅਮਰੀਕੀਆਂ ਨੂੰ ਟੀਕਾ ਲਗਾਇਆ ਜਾ ਸਕਦਾ ਹੈ। ਭਾਰਤ ਵਿੱਚ ਕਿਸਾਨਾਂ ਅਤੇ ਪੁਲਿਸ ਮੁਲਾਜ਼ਮਾਂ ਵਿਚਾਲੇ ਹੋਈ ਝੜਪ ਵਿਚਾਲੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਤਰੇਸ ਨੇ ਕਿਹਾ ਕਿ ਸ਼ਾਂਤੀਪੂਰਨ ਪ੍ਰਦਰਸ਼ਨ, ਇਕੱਠੇ ਹੋਣ ਦੀ ਆਜ਼ਾਦੀ ਦਾ ਸਨਮਾਨ ਕਰਨਾ ਜ਼ਰੂਰੀ ਹੈ। ਜਨਰਲ ਸਕੱਤਰ ਗੁਤਰੇਸ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਨਵੀਂ ਦਿੱਲੀ ਵਿੱਚ ਹੋਈ ਹਿੰਸਾ ਦੇ ਸਵਾਲ ਉੱਤੇ ਕਿਹਾ ਕਿ ਜਿਵੇਂ ਕਿ ਅਸੀਂ ਅਜਿਹੇ ਕਈ ਮਾਮਲਿਆਂ 'ਚ ਕਹਿੰਦੇ ਹਾਂ। ਉਹਨਾਂ ਕਿਹਾ ਕਿ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਂਤੀਪੂਰਨ ਪ੍ਰਦਰਸ਼ਨ, ਇਕੱਠੇ ਹੋਣ ਦੀ ਆਜ਼ਾਦੀ ਤੇ ਅਹਿੰਸਾ ਦਾ ਸਨਮਾਨ ਕਰਨਾ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ 3 ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਦੇ ਹੱਕ ਵਿੱਚ ਬੀਤੇ ਦਿਨ ਦਿੱਲੀ ਵਿੱਚ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ 'ਚ 300 ਤੋਂ ਵੱਧ ਮੁਲਾਜ਼ਮ ਜ਼ਖਮੀ ਹੋਏ। ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਹੁਣ ਤੱਕ ਕਈ ਕਿਸਾਨਾਂ ਦੀ ਵੀ ਮੌਤ ਹੋ ਚੁੱਕੀ ਹੈ। ਓਨਟਾਰੀਓ ਦੇ ਮੁੱਖ ਮੰਤਰੀ ਡਗ ਫੋਰਡ ਨੇ ਕੈਨੇਡਾ ਸਰਕਾਰ ਨੂੰ ਵਿਦੇਸ਼ ਤੋਂ ਸਿੱਧੀਆਂ ਉਡਾਨਾਂ ਉੱਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਡਗ ਫੋਰਡ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ
ਕਿ ਉਹਨਾਂ ਦੇਸ਼ਾਂ ਤੋਂ ਕੈਨੇਡਾ ਆਉਣ ਵਾਲੀਆਂ ਸਿੱਧੀਆਂ ਉਡਾਨਾਂ ਉੱਤੇ ਅਸਥਾਈ ਪਾਬੰਦੀ ਲਾਵੇ ਜਿੱਥੇ ਨਵੇਂ ਕੋਰੋਨਾ ਸਟ੍ਰੇਨ ਦੇ ਮਰੀਜ਼ ਮਿਲੇ ਨੇ ਤਾਂ ਜੋ ਕੋਵਿਡ-19 ਦੇ ਨਵੇਂ ਰੂਪ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਮੁੱਖ ਮੰਤਰੀ ਨੇ ਮੰਗਲਵਾਰ ਦੁਪਹਿਰ ਟੋਰਾਂਟੋ ਦੇ ਇੰਟਰਨੈਸ਼ਨਲ ਪੀਅਰਸਨ 에ਅਰਪੋਰਟ ਉੱਤੇ ਸੂਬੇ ਵੱਲੋਂ ਲਾਂਚ ਕੀਤੇ ਗਏ ਸਵੈ ਉੱਚੇ ਕੋਵਿਡ-19 ਟੈਸਟਿੰਗ ਪਾਇਲਟ ਪ੍ਰੋਜੈਕਟ ਸੰਬੰਧੀ ਅਪਡੇਟ ਦਿੰਦੇ ਹੋਏ ਇਹ ਬੇਨਤੀ ਕੀਤੀ। ਡਗ ਫੋਰਡ ਨੇ ਕਿਹਾ ਕਿ ਪਾਇਲਟ ਪ੍ਰੋਜੈਕਟ ਤਹਿਤ ਸੂਬੇ ਵਿੱਚ ਹੁਣ ਤੱਕ 6580 ਟੈਸਟ ਹੋ ਚੁੱਕੇ ਨੇ। ਇਹਨਾਂ ਵਿੱਚੋਂ 146 ਟੈਸਟਾਂ ਦੀ ਰਿਪੋਰਟ ਕੋਰੋਨਾ ਪੋਜ਼ਿਟਿਵ ਆਈ ਹੈ, ਜਿਨ੍ਹਾਂ ਵਿੱਚੋਂ 4 ਮਰੀਜ਼ ਯੂਕੇ ਦੇ ਵੇਰੀਐਂਟ ਵਾਲੇ ਦੱਸੇ ਜਾ ਰਹੇ ਨੇ। ਇਸ ਸੰਬੰਧੀ ਅਜੇ ਵੀ ਜਾਂਚ ਚੱਲ ਰਹੀ ਹੈ। 6 ਜਨਵਰੀ ਤੋਂ ਸ਼ੁਰੂ ਹੋਇਆ ਪਾਇਲਟ ਪ੍ਰੋਜੈਕਟ ਪ੍ਰੋਗਰਾਮ ਓਨਟਾਰੀਓ ਵਿਖੇ ਘੱਟੋ-ਘੱਟ 14 ਦਿਨ ਰੁਕਣ ਵਾਲੇ ਕਿਸੇ ਵੀ ਕੌਮਾਂਤਰੀ ਯਾਤਰੀ ਨੂੰ ਕੋਵਿਡ-19 ਦੀ ਸਵੈ ਇੱਛਿਕ ਟੈਸਟਿੰਗ ਦੀ ਪੇਸ਼ਕਸ਼ ਕਰਦਾ ਹੈ। ਟੈਸਟ ਦੀ ਰਿਪੋਰਟ 24 ਤੋਂ 48 ਘੰਟੇ ਵਿਚਕਾਰ ਮਿਲ ਜਾਂਦੀ ਹੈ। ਸਿੰਘੂ ਬਾਰਡਰ ਉੱਤੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਡਾਕਟਰ ਦਰਸ਼ਨਪਾਲ ਨੇ ਕਿਹਾ ਕਿ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਪਿੱਛੇ ਸਰਕਾਰ ਦੀ ਸਾਜ਼ਿਸ਼ ਸੀ। ਦੀਪ ਸਿੱਧੂ ਆਰਐਸਐਸ ਦਾ ਬੰਦਾ ਹੈ। ਇਹ ਵਜ੍ਹਾ ਹੈ ਕਿ ਲਾਲ ਕਿਲੇ ਉੱਤੇ ਧਾਰਮਿਕ ਝੰਡਾ ਚਲਾਉਣ ਮਗਰੋਂ ਪੁਲਿਸ ਨੇ ਉਸ ਨੂੰ ਉੱਥੋਂ ਜਾਣ ਦਿੱਤਾ। ਉਹਨਾਂ ਕਿਹਾ ਕਿ ਅਸੀਂ 1 ਫਰਵਰੀ ਨੂੰ ਬਜਟ ਵਾਲੇ ਦਿਨ ਸੰਸਦ ਵੱਲ ਕੱਢੇ ਜਾਣ ਵਾਲੇ ਮਾਰਚ ਨੂੰ ਰੱਦ ਕਰ ਦਿੱਤਾ ਹੈ, ਪਰ ਸਾਡਾ ਅੰਦੋਲਨ ਪਹਿਲਾਂ ਵਾਂਗ ਜਾਰੀ ਰਹੇਗਾ ਤੇ 30 ਜਨਵਰੀ ਨੂੰ ਪੂਰੇ ਮੁਲਕ ਵਿੱਚ ਜਨਤਕ ਮੀਟਿੰਗਾਂ ਅਤੇ ਭੁੱਖ ਹੜਤਾਲਾਂ ਕੀਤੀਆਂ ਜਾਣਗੀਆਂ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਦਾਅਵਾ ਕੀਤਾ ਕਿ ਮੰਗਲਵਾਰ ਨੂੰ ਕੌਮੀ ਰਾਜਧਾਨੀ ਵਿੱਚ ਕੱਢੇ ਟਰੈਕਟਰ ਪਰੇਡ ਮਾਰਚ ਵਿੱਚ 2 ਲੱਖ ਤੋਂ ਵੱਧ ਟਰੈਕਟਰ ਸ਼ਾਮਲ ਸਨ ਤੇ ਲੱਖਾਂ ਲੋਕਾਂ ਨੇ ਇਸ ਵਿੱਚ ਸ਼ਮੂਲੀਅਤ ਕੀਤੀ। ਉਹਨਾਂ ਕਿਹਾ ਕਿ ਮਾਰਚ ਵਿੱਚ ਸ਼ਾਮਲ 99.9% ਪ੍ਰਦਰਸ਼ਨਕਾਰੀ ਕਿਸਾਨ ਸ਼ਾਂਤਮਈ ਸਨ। ਸਵਰਾਜ ਇੰਡੀਆ ਦੇ ਆਗੂ ਯੋਗਿੰਦਰ ਯਾਦਵ ਨੇ ਕਿਹਾ ਕਿ ਸਾਨੂੰ ਲਾਲ ਕਿਲੇ ਵਿੱਚ ਵਾਪਰੇ ਘਟਨਾਕ੍ਰਮ ਉੱਤੇ ਅਫਸੋਸ ਹੈ ਅਤੇ ਇਸ ਦੀ ਮੌਲਿਕ ਜ਼ਿੰਮੇਵਾਰੀ ਲੈਂਦੇ ਆ। ਇਸ ਪੂਰੀ ਘਟਨਾ ਦੀ ਜਾਂਚ ਹੋਣੀ ਚਾਹੀਦੀ ਹੈ। ਇਸ ਪਿੱਛੇ ਸਾਜ਼ਿਸ਼ ਹੈ। 37 ਕਿਸਾਨ ਆਗੂਆਂ ਖਿਲਾਫ ਦਰਜ ਕੇਸ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਯਾਦਵ ਨੇ ਕਿਹਾ ਕਿ FIR ਜੇਲ੍ਹ ਤੇ ਤਸੀਹੇ ਤਾਂ ਅੰਦੋਲਨਾਂ ਦਾ ਇਨਾਮ ਹੁੰਦੇ ਨੇ। ਕਿਸਾਨ ਆਗੂ ਸ਼ਿਵ ਕੁਮਾਰ ਕੱਕਾ ਨੇ ਕਿਹਾ ਕਿ ਸਾਡੇ ਕੋਲ ਵੀਡੀਓ ਕਲਿੱਪਾਂ ਮੌਜੂਦ ਹਨ ਤੇ ਅਸੀਂ ਇਹ ਸਾਬਤ ਕਰ ਦਿਆਂਗੇ ਕਿ ਕਿਵੇਂ ਸਾਡੇ ਇਸ ਸੰਘਰਸ਼ ਨੂੰ ਬਦਨਾਮ ਕਰਨ ਲਈ ਸਾਜ਼ਿਸ਼ ਘੜੀ ਗਈ। ਉਧਰ ਦਿੱਲੀ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਮੇਂਪੁਰ ਬਾਦਲੀ ਵਿੱਚ ਦਰਜ FIR ਵਿੱਚ ਯੋਗਿੰਦਰ ਯਾਦਵ, ਦਰਸ਼ਨਪਾਲ, ਰਕੇਸ਼ ਟਕੈਤ ਤੇ ਚੜੂਨੀ ਸਮੇਤ 37 ਕਿਸਾਨ ਆਗੂਆਂ ਦੇ ਨਾਮ ਸ਼ਾਮਲ ਹਨ ਤੇ ਹਿੰਸਾ ਵਿੱਚ ਇਹਨਾਂ ਦੀ ਭੂਮਿਕਾ ਦੀ ਜਾਂਚ ਕੀਤੀ ਜਾਵੇਗੀ। FIR IPC ਦੀਆਂ ਵੱਖ-ਵੱਖ ਧਾਰਾਵਾਂ 147, 148, 307 ਤੇ 120 ਤਹਿਤ ਦਰਜ ਕੀਤੀ ਗਈ ਹੈ। ਪੁਲਿਸ ਸੂਤਰਾਂ ਨੇ ਕਿਹਾ ਕਿ FIR ਵਿੱਚ ਰਜਿੰਦਰ ਸਿੰਘ, ਬੂਟਾ ਸਿੰਘ ਬੁਰਜਗਿਲ, ਜੋਗਿੰਦਰ ਸਿੰਘ ਉਗਰਾਹਾਂ, ਸਤਨਾਮ ਸਿੰਘ ਪੰਨੂ, ਸਰਵਨ ਸਿੰਘ ਪੰਦੇਰ ਆਦਿ ਦੇ ਨਾਮ ਵੀ ਸ਼ਾਮਲ ਨੇ। ਸੂਤਰਾਂ ਦੀ ਮੰਨੀਏ ਤਾਂ ਨੰਗਲੋਈ ਪੁਲਿਸ ਸਟੇਸ਼ਨ ਵਿੱਚ ਦਰਜ ਵੱਖਰੀ FIR ਵਿੱਚ ਵੀ 40 ਦੇ ਕਰੀਬ ਕਿਸਾਨ ਆਗੂਆਂ ਦੇ ਨਾਮ ਦਰਜ ਹਨ। ਇਹਨਾਂ ਵਿੱਚ ਯੋਗਿੰਦਰ ਯਾਦਵ ਦਾ ਨਾਮ ਵੀ ਸ਼ਾਮਲ ਹੈ। ਨਵੇਂ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਕਰ ਰਹੇ ਕਿਸਾਨਾਂ ਨੇ ਗਣਤੰਤਰ ਦਿਵਸ ਉੱਤੇ ਦਿੱਲੀ ਵਿੱਚ ਟਰੈਕਟਰ ਪਰੇਡ ਕੱਢੀ। ਇਸ ਦੌਰਾਨ ਕੁਝ ਪ੍ਰਦਰਸ਼ਨਕਾਰੀਆਂ ਨੇ ਲਾਲ ਕਿਲੇ ਉੱਤੇ ਪੁੱਜ ਕੇ ਖਲਲ ਪੈਦਾ ਕੀਤਾ ਅਤੇ ਕੇਸਰੀ ਝੰਡਾ ਲਹਿਰਾ ਦਿੱਤਾ। ਦਿੱਲੀ ਪੁਲਿਸ ਵੀ ਐਕਸ਼ਨ ਵਿੱਚ ਹੈ ਅਤੇ ਹੁਣ ਤੱਕ 37 ਕਿਸਾਨ ਆਗੂਆਂ ਉੱਤੇ FIR ਦਰਜ ਕਰ ਚੁੱਕੀ ਹੈ। ਪੁਲਿਸ ਦੀ ਕਾਰਵਾਈ ਦੇ ਡਰ ਤੋਂ ਕਿਸਾਨ ਬੁੱਧਵਾਰ ਨੂੰ ਪੂਰੀ ਰਾਤ ਸੁੱਤੇ ਨਹੀਂ। ਦੇਰ ਰਾਤ ਗਾਜ਼ੀਪੁਰ ਸਰਹੱਦ ਉੱਤੇ ਹੰਗਾਮੇ ਦੀ ਸਥਿਤੀ ਬਣੀ ਰਹੀ। ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਕੇਸ਼ ਟਕੇਤ ਨੇ ਦੋਸ਼ ਲਗਾਇਆ ਕਿ ਪੁਲਿਸ ਨੇ ਰਾਤ ਨੂੰ ਉਹਨਾਂ ਦੇ ਕੈਂਪ ਦੀ ਬਿਜਲੀ ਕੱਟ ਦਿੱਤੀ। ਟਕੇਤ ਨੇ ਇਹ ਵੀ ਕਿਹਾ ਕਿ ਸਰਕਾਰ ਡਰ ਦਾ ਮਾਹੌਲ ਬਣਾ ਰਹੀ ਹੈ, ਇਸ ਲਈ ਪੂਰੀ ਰਾਤ ਜਾਗਦੇ ਰਹੇ। ਸਰਕਾਰ ਕਿਸਾਨ ਅੰਦੋਲਨ ਨੂੰ ਫੇਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਲਾਲ ਕਿਲੇ ਉੱਤੇ ਜੋ ਹੋਇਆ ਉਸ 'ਚ ਸਾਡਾ ਹੱਥ ਨਹੀਂ ਹੈ। ਜਿਸ ਨੇ ਵੀ ਅਜਿਹਾ ਕੀਤਾ ਉਸ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਰਕੇਸ਼ ਟਕੇਤ ਨੇ ਇਹ ਵੀ ਕਿਹਾ ਕਿ ਅਸੀਂ ਇੱਥੇ ਹੀ ਡਟੇ ਰਹਾਂਗੇ, ਸਾਡਾ ਅੰਦੋਲਨ ਜਾਰੀ ਰਹੇਗਾ। ਕਿਸਾਨਾਂ 'ਚ ਕੋਈ ਦੋ ਫਾੜ ਨਹੀਂ ਹੋਇਆ, ਇਹ ਕਿਸਾਨਾਂ ਨੂੰ ਵੰਡਣ ਦੀ ਸਾਜ਼ਿਸ਼ ਹੈ। ਜਦੋਂ ਲੜਾਈ ਛਿੜ ਗਈ ਤਾਂ VM ਸਿੰਘ ਛੱਡ ਕੇ ਚਲਾ ਗਿਆ। ਇਹ ਬਦਕਿਸਮਤੀ ਜਿਵੇਂ ਅੰਦੋਲਨ ਖਤਮ ਹੋ ਗਿਆ ਹੋਵੇ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਾਰੇ ਲੋਕ ਦਿੱਲੀ ਪੁਲਿਸ ਦੇ ਨਿਰਦੇਸ਼ਾਂ ਦੀ ਉਡੀਕ ਵਿੱਚ ਹਨ। ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਇੱਥੇ ਨੀਮ ਫੌਜੀ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ। ਕਿਸਾਨ ਲਗਾਤਾਰ ਇੱਥੇ ਪਹਿਰਾ ਦੇ ਰਹੇ ਨੇ। ਦਿੱਲੀ ਮੋਰਚੇ ਵਿੱਚ ਡਟੇ ਅਦਾਕਾਰ ਜਗਦੀਪ ਰੰਧਾਵਾ ਨੇ ਸੋਸ਼ਲ ਮੀਡੀਆ ਉੱਤੇ ਲਾਈਵ ਹੋ ਕੇ ਟਰੈਕਟਰ ਮਾਰਚ ਦੌਰਾਨ ਹੋਈ ਹਿੰਸਕ ਝੜਪ ਤੋਂ ਡਰੇ ਲੋਕਾਂ ਦੇ ਹੌਸਲੇ ਬੁਲੰਦ ਕਰ ਰਹੇ ਨੇ। ਉਹਨਾਂ ਨੇ ਕਿਹਾ ਕਿ ਦਿੱਲੀ ਮੋਰਚੇ ਵਿੱਚ ਕੁਝ ਵੀ ਅਜਿਹਾ ਨਹੀਂ ਹੋਇਆ ਜਿਸ ਨੂੰ ਲੈ ਕੇ ਲੋਕੀ ਡਰ ਰਹੇ ਨੇ। ਇਸ ਦੌਰਾਨ ਜਗਦੀਪ ਰੰਧਾਵਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਕਿਸਾਨ ਆਪਣੇ ਘਰਾਂ ਨੂੰ ਗਏ ਹਨ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਵਾਪਸ ਮੋਰਚੇ ਵਿੱਚ ਆਵੋ। ਜਿਹੜੀਆਂ ਵੀ ਅਫਵਾਹਾਂ ਕਿਸਾਨੀ ਅੰਦੋਲਨ ਨੂੰ ਲੈ ਕੇ ਉੱਡ ਰਹੀਆਂ ਨੇ, ਗੋਦੀ ਮੀਡੀਆ ਫੈਲਾ ਰਿਹਾ, ਉਹ ਸਭ ਝੂਠੀਆਂ ਨੇ। ਪਹਿਲੇ ਦਿਨ ਤੋਂ ਕਿਸਾਨੀ ਮੋਰਚੇ ਵਿੱਚ ਡਟੇ ਕਿਸਾਨ ਹਾਲੇ ਵੀ ਕਿਸਾਨੀ ਮੋਰਚੇ ਵਿੱਚ ਡਟੇ ਹੋਏ ਨੇ। ਜਿਹੜੇ ਘਰ ਗਏ ਉਹ ਕਿਸਾਨ ਹਨ ਜਿਹੜੇ 26 ਜਨਵਰੀ ਨੂੰ ਟਰੈਕਟਰ ਮਾਰਚ ਦਾ ਹਿੱਸਾ ਬਣਨ ਲਈ ਆਏ ਸਨ। ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਹਾਂ ਕਿ ਤੁਸੀਂ ਵੀ ਵਾਪਸ ਆਵੋ, ਕਿਉਂਕਿ ਹੁਣ ਸਰਕਾਰ ਬਹੁਤ ਡਰੀ ਹੋਈ ਹੈ। ਇਹੀ ਸਮਾਂ ਹੈ ਕਿ ਜਦੋਂ ਅਸੀਂ ਕਿਸਾਨੀ ਅੰਦੋਲਨ ਨੂੰ ਹੋਰ ਮਜ਼ਬੂਤ ਕਰ ਸਕਦੇ ਹਾਂ। ਦਿੱਲੀ ਵਿੱਚ ਕਿਸਾਨੀ ਮੋਰਚਾ ਹਾਲੇ ਵੀ ਉਸੇ ਤਰ੍ਹਾਂ ਲੱਗਾ ਹੋਇਆ ਹੈ ਜਿਵੇਂ ਪਹਿਲਾਂ ਸੀ। ਉਹਨੇ ਕਿਹਾ ਕਿ ਜਿਹੜੇ ਕਿਸਾਨ ਘਰੋਂ ਆਖ ਕੇ ਆਏ ਸਨ ਕਿ ਜਿੱਤ ਕੇ ਹੀ ਮੁੜਾਂਗੇ, ਉਹ ਭਲਾ ਕਿਵੇਂ ਵਾਪਸ ਜਾ ਸਕਦੇ ਨੇ, ਤੁਸੀਂ ਆਪ ਹੀ ਸੋਚ ਲਵੋ। ਜਿਹੜੇ ਮੋਰਚੇ ਤੇ ਅਸੀਂ ਖੜੇ ਆ, ਕੁੰਡਲੀ ਬਾਰਡਰ, ਸਿੰਘੂ ਬਾਰਡਰ, ਕੁੰਡਲੀ ਬਾਰਡਰ, ਮੋਰਚਾ ਫੇਰ ਚੜ੍ਹਦੀ ਕਲਾ, ਕਿਉਂਕਿ ਅਕਾਲ ਪੁਰਖ ਦੀ ਇੱਕ ਕਲਾ ਵਰਤ ਰਹੀ ਹੈ ਇੱਥੇ। ਇਹ ਮੋਰਚਾ ਫੇਰ ਚੜ੍ਹਦੀ ਕਲਾ।
ਇਹ ਉਹਦੇ ਅਫਵਾਹਾਂ ਡਾਤੀਆਂ 26 ਜਨਵਰੀ ਨੂੰ ਉੱਥੇ ਦਾ ਗੋਲੀ ਚੱਲ ਗਈ ਜੀ, ਉੱਥੇ ਦਾ ਬੰਦੇ ਮਾਰ ਕੇ ਪਿੰਡਾਂ 'ਚ ਫੋਨ ਪਾ ਕੇ ਗੋਦੀ ਮੀਡੀਆ ਨੇ ਮੋਦੀ ਮੀਡੀਆ ਨੇ ਰੌਲਾ ਪਾਤਾ ਸੀ ਉੱਥੇ ਦਾ ਜੀ। ਇੱਕ ਗੱਲ ਸੁਣ ਮੈਂ ਹੋਰ ਦੱਸਦਾ, ਸਾਰਿਆਂ ਨਾਲੋਂ ਵੱਧ ਬੁੜੀਆਂ ਦੇ ਫੋਨ ਆਏ ਘਰਾਂ 'ਚੋਂ। ਸਾਰੀਆਂ ਬੁੜੀਆਂ ਕਹੀ ਜਾਂਦੀਆਂ ਹੈਗੀਆਂ ਸਾਡੀਆਂ ਮਾਤਾ ਭੈਣਾਂ ਆ ਜਾਓ ਬਾਈ, ਮਾਤਾ ਭੈਣਾਂ ਕਹਿੰਦੇ ਮੁੜਿਓ ਤੁਹਾਡੇ ਕੋਈ ਗੋਲੀ ਮਾਰ ਦੂ, ਤੁਹਾਨੂੰ ਕੋਈ ਮਾਰ ਦੂਗਾ। ਇਹ ਸਾਰੀਆਂ ਅਫਵਾਹਾਂ ਸੀ ਬਾਈ। ਪਹਿਲਾਂ ਮੈਨੂੰ ਇਹ ਦੱਸੋ ਕੋਈ ਡਰ ਵਾਲੀ ਗੱਲ ਹੈਗੀ ਇੱਥੇ? ਕੋਈ ਮਿਲਟਰੀ ਲੱਗੀ ਆ? ਪੂਰਾ ਵਧੀਆ ਮੋਰਚਾ ਨਾ, ਪਹਿਲਾਂ ਵਾਂਗੂ ਸਾਰਾ ਕੁਝ ਪਹਿਲਾਂ ਵਾਂਗੂ ਪਹਿਲਾਂ ਵਾਂਗੂ ਚੱਲਿਆ ਯਾਰ। ਪਹਿਲਾਂ ਵਾਂਗੀ ਪੂਰਾ ਕਰਨਾ ਕੋਈ ਜਿਹੜੇ ਘਰਾਂ ਨੂੰ ਗਏ ਆ ਉਹ ਸਿਰਫ 26 ਵਾਸਤੇ ਆਏ ਸੀ, ਉਹ ਗਏ ਆ। ਜਿਹਨੇ ਪਾਣੀ ਧਾਣੀ ਲਾਉਣਾ ਕਿਸੇ ਦਾ ਵਿਆਹ ਸੀ ਉਹ ਗਏ ਆ। ਚਲੋ ਤੁਹਾਡੇ ਪਿੱਛੇ ਲੱਗ ਜਾਂਦੇ ਆ, ਚਲੋ ਵਗ ਜਾਓ ਘਰਾਂ ਨੂੰ, ਮੋਰਚਾ ਪੱਟਦੇ ਨੇ, ਵਗ ਜਾਓ। ਫਿਰ ਕੀ ਕਰੋਗੇ? ਸੋਚੋ ਦਿਹਾੜੀ ਵੀ ਨਹੀਂ ਹੋਣੀ, ਜੇ ਪੱਲੇ ਜ਼ਮੀਨਾਂ ਨਹੀਂ, ਡੱਕਾ ਨਹੀਂ ਬਚਣਾ। ਜਿਹੜੇ ਇੱਥੋਂ ਬਾਗੇ ਉਹ ਵੀ ਘਰੇ ਜਾ ਕੇ ਵਿਚਾਰ ਕਰ ਲਓ ਵੀ ਤੁਸੀਂ ਅਗਲੀ ਵਾਰ ਤੁਹਾਡੀ ਮੰਡੀ 'ਚ ਕਣਕ ਵਿਕਣੀ ਨਹੀਂ। ਚਲੋ ਵਗ ਜਾਓ, ਤੁਹਾਡੀ ਕਣਕ ਨਹੀਂ ਚੱਕਣੀ। ਫੇਰ ਨਾ ਕਹੋ ਫੇਰ ਨਹੀਂ ਦੁਬਾਰਾ ਦੂਰੇ ਮੋਰਚੇ ਲੱਗਦੇ। ਇੱਕ ਆਹ ਹੁਣ ਭੌਂਕਣਾ ਬੰਦ ਕਰ ਦਿਓ, ਉਹ ਯੂਨੀਅਨ ਮਾੜੀ ਹੈ ਜੀ, ਉਹ ਮਾੜਾ, ਉਹ ਮਾੜਾ। ਇਹ ਗੱਲਾਂ ਛੱਡ ਦਿਓ, ਮਾੜੇ ਸਾਰੀ ਆ। 16 ਕਲਾ ਸੰਪੂਰਨ ਬੰਦਾ ਕੋਈ ਹੋ ਹੀ ਨਹੀਂ ਸਕਦਾ। ਮੇਰੇ 'ਚ ਕੱਢ ਲਓ ਨੁਕਸ, ਆਹ ਬਾਈਆਂ 'ਚ ਕੱਢ ਲਓ, ਜਿੱਥੇ ਮਰਜ਼ੀ ਵਗ ਜਾਓ, ਹਰੇਕ ਬੰਦੇ 'ਚ ਨੁਕਸ ਆ, ਜਿਹੜਾ ਮਰਜ਼ੀ ਆ। ਆ ਵਿੱਚ ਬੰਦੇ ਫੋਟੋ ਵਾਇਰਲ ਕਰੀ ਜਾਂਦੇ ਆ ਰਾਜੇਵਾਲ ਦੀ ਬਾਦਲ ਨਾਲ। ਓਏ ਇਹ ਗੱਲਾਂ 'ਚ ਕੀ ਫਾਇਦਾ? ਉਹ ਜਿਹੜੇ ਅਸਲੀ ਪੰਜਾਬੀ ਦੇ ਕਿਸਾਨ ਨਹੀਂ ਬਚਾਉਣਾ ਚਾਹੁੰਦੇ ਆ, ਜਿਹੜੇ ਪੰਜਾਬ ਨੂੰ ਪਿਆਰ ਕਰਦੇ ਆ, ਪੰਜਾਬ ਦੀ ਹੋਂਦ ਨੂੰ ਸੱਭਿਅਤਾ ਬਚਾਉਣਾ ਚਾਹੁੰਦੇ ਆ, ਸਹੁੰ ਖਾ ਲਓ ਵੀ ਤੁਸੀਂ ਨੈਗੇਟਿਵ ਨਹੀਂ ਬੋਲਾਉਣਾ, ਇੱਕ ਵੀ ਪੋਸਟ ਗਲਤ ਨਹੀਂ ਪਾਉਣੀ। ਸਾਰੇ ਪਾਸੇ ਇਹ ਪੋਸਟ ਪਾਓ, ਮੋਰਚਾ ਚੜ੍ਹਦੀ ਕਲਾ 'ਚ, ਮੋਰਚਾ ਚੜ੍ਹਦੀ ਕਲਾ 'ਚ, ਇਹ ਪੋਸਟਾਂ ਪਾਓ। ਐਂ ਤਾਂ ਇਕੱਲੇ ਇਕੱਲੇ ਯੂਨੀਅਨ ਆਗੂ 'ਚ ਕਸੂਰ ਆ, ਕੱਲੇ ਕੱਲੇ ਸਾਡੇ ਵਰਗੇ ਸਾਰੇ ਬੰਦੇ ਹੀ ਮਾੜੇ ਆ ਯਾਰ। ਅੱਜ ਇੱਕੇ ਦੀ ਲੋੜ ਆ, ਯੂਨੀਅਨ ਵਾਲੇ ਵੀ ਵਧੀਆ, ਸਾਰਾ ਸਿਸਟਮ ਵਧੀਆ, ਮੋਰਚਾ ਵੀ ਪੂਰਾ ਵਧੀਆ ਚੱਲਦਾ। ਪਿੰਡਾਂ 'ਚ ਹੋਕੇ ਦਵਾ ਦਿਓ, ਵੱਧ ਤੋਂ ਵੱਧ ਪਿੰਡਾਂ 'ਚ ਹੱਥ ਜੋੜ ਕੇ ਬੇਨਤੀ ਆ, ਹੋਕੇ ਦਵਾ ਦਿਓ। ਹੋਕੇ 'ਚ ਕੀ ਕਹਿਣਾਗਾ ਵੀ ਉੱਥੇ ਕੁਛ ਨਹੀਂ ਹੋਇਆ, ਸਹੀ ਚੱਲ ਰਿਹਾ ਮੋਰਚਾ, ਦੁਬਾਰੇ ਚੱਲੋ। ਸਰਕਾਰ ਡਰੀ ਹੋਈ ਆ, ਸਰਕਾਰ ਨੇ ਆਪਦਾ ਕੰਮ ਕਰਤਾ ਸੀਗਾ। ਸਾਰੇ ਬੀਜੇਪੀ ਦੇ ਬੰਦੇ ਬਾੜ ਕੇ ਆਪਦਾ ਉਹਦਾ ਜਿਹੜਾ ਰਾਹ ਪੱਧਰਾ ਕਰਨੀ ਚਾਹੁੰਦੀ ਸੀ ਉਹਦਾ ਹੋ ਗਿਆ ਯਾਰ। ਸਰਕਾਰ ਪਰ ਅਜੇ ਵੀ ਡਰੀ ਵੀ ਆ। ਮੋਰਚਾ 10 ਦਿਨ ਚਲਾ ਦਿਓ, ਕਾਨੂੰਨ ਰੱਦ ਮਿਲਣਗੇ ਤੁਹਾਨੂੰ, ਗਰੰਟੀ ਆ। ਸਰਕਾਰ ਇੰਨੀ ਡਰੀ ਵੀ ਆ। ਬਸ ਆ ਜਾਓ ਹੱਥ ਜੋੜ ਕੇ ਬੇਨਤੀ ਆ, ਜਿਹੜੇ ਗਏ ਵੀ ਆ। ਪਿਛਲੇ 2 ਮਹੀਨਿਆਂ ਤੋਂ ਕਿਸਾਨ ਲਗਾਤਾਰ ਦਿੱਲੀ ਸ਼ਾਂਤਮਈ ਢੰਗ ਨਾਲ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਤਾਂ ਕਿ ਖੇਤੀ ਵਿਰੁੱਧ ਪਾਸ ਕੀਤੇ ਕਾਨੂੰਨ ਰੱਦ ਹੋ ਸਕਣ। ਇਸ ਅੰਦੋਲਨ ਨੂੰ ਲੈ ਕੇ 26 ਜਨਵਰੀ ਦੇ ਗਣਤੰਤਰ ਦਿਵਸ ਦੇ ਮੌਕੇ ਤੇ ਦਿੱਲੀ ਵਿੱਚ ਟਰੈਕਟਰ ਮਾਰਚ ਕੱਢਿਆ ਗਿਆ ਸੀ ਤੇ ਕੇਂਦਰ ਦੇ ਵਿਰੁੱਧ ਰੋਸ ਪ੍ਰਗਟ ਕੀਤਾ ਗਿਆ ਸੀ। ਇਸ ਦੌਰਾਨ ਵੱਖ-ਵੱਖ ਸੂਬਿਆਂ ਤੋਂ ਲੋਕ ਟਰੈਕਟਰ ਲੈ ਕੇ ਧਰਨੇ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਏ ਸਨ। ਇਸ ਦੌਰਾਨ ਹਿੰਸਕ ਝੜਪ ਵੀ ਹੋਈ, ਜਿਸ ਉੱਤੇ ਕਾਫੀ ਵੱਡਾ ਵਿਵਾਦ ਦੇਖਣ ਨੂੰ ਮਿਲ ਰਿਹਾ ਹੈ। ਇਸ ਹਿੰਸਕ ਝੜਪ ਨੂੰ ਦੇਖ ਕੇ ਆਮ ਲੋਕਾਂ ਦੇ ਵਿੱਚ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ। ਦੱਸ ਦਈਏ ਕਿ ਲਾਲ ਕਿਲੇ ਤੇ ਖਾਲਸਾ ਪੰਥ ਦਾ ਕੇਸਰੀ ਝੰਡਾ ਲਗਾਉਣ ਤੇ ਲੋਕਾਂ ਨੂੰ ਭੜਕਾਉਣ ਲਈ ਦੀਪ ਸਿੱਧੂ ਨੂੰ ਜ਼ਿੰਮੇਵਾਰ ਆਖਿਆ ਜਾ ਰਿਹਾ ਹੈ, ਜਿਸ ਦੇ ਚੱਲਦੇ ਦੀਪ ਸਿੱਧੂ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਆਪਣੀ ਸਫਾਈ ਦਿੱਤੀ ਤੇ ਕਿਸਾਨ ਆਗੂਆਂ ਨੂੰ ਚੇਤਾਵਨੀ ਦਿੰਦੇ ਹੋਏ ਨਜ਼ਰ ਆਏ, ਜਿਸ ਵਿੱਚ ਉਹਨਾਂ ਨੇ ਕਿਹਾ ਕਿ ਤੁਸੀਂ ਤਾਂ ਮੈਨੂੰ ਗੱਦਾਰ ਹੋਣ ਦਾ ਸਰਟੀਫਿਕੇਟ ਦੇ ਦਿੱਤਾ ਹੈ, ਪਰ ਜੇ ਮੈਂ ਤੁਹਾਡੀਆਂ ਪੋਲਾਂ ਖੋਲਣ ਉੱਤੇ ਆ ਗਿਆ ਤਾਂ ਤੁਹਾਨੂੰ ਦਿੱਲੀ ਤੋਂ ਭੱਜਣ ਲਈ ਰਾਹ ਵੀ ਨਹੀਂ ਮਿਲਣਾ। ਦੀਪ ਸਿੱਧੂ ਨੇ ਕਿਹਾ ਕਿ ਤੁਹਾਨੂੰ ਤਾਂ ਸਾਡੇ ਉੱਤੇ ਮਾਣ ਹੋਣਾ ਚਾਹੀਦਾ ਹੈ ਕਿ ਅਸੀਂ ਇਹ ਕੰਮ ਕੀਤਾ ਹੈ, ਪਰ ਤੁਸੀਂ ਤਾਂ ਸਾਨੂੰ ਦੋਸ਼ੀ ਠਹਿਰਾ ਰਹੇ ਹੋ। ਕੁਝ ਲੋਕ ਕਹਿ ਰਹੇ ਸਨ ਕਿ ਦੀਪ ਸਿੱਧੂ ਮੋਟਰਸਾਈਕਲ ਤੇ ਬੈਠ ਕੇ ਭੱਜ ਗਿਆ, ਪਰ ਮੈਂ ਉਹਨਾਂ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਦੇਖੋ ਮੈਂ ਟਰੈਕਟਰ ਤੇ ਬੈਠ ਕੇ ਲਾਈਵ ਹੋਇਆ ਹਾਂ, ਮੈਂ ਕਿਤੇ ਵੀ ਭੱਜਿਆ ਨਹੀਂ। ਸਿੱਧੂ ਨੇ ਕਿਹਾ ਕਿ ਮੈਨੂੰ ਲਾਈਵ ਹੋਣਾ ਪਿਆ ਕਿਉਂਕਿ ਮੇਰੇ ਖਿਲਾਫ ਨਫ਼ਰਤ ਫੈਲਾਈ ਜਾ ਰਹੀ ਸੀ, ਬਹੁਤ ਕੁਝ ਕਿਹਾ ਜਾ ਰਿਹਾ ਸੀ। ਮੈਂ ਬਹੁਤ ਦਿਨਾਂ ਤੋਂ ਇਹ ਸਭ ਕੁਝ ਸਹਿਣ ਕਰ ਰਿਹਾ ਹਾਂ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਸਾਡੇ ਸੰਘਰਸ਼ ਨੂੰ ਕੋਈ ਠੇਸ ਪਹੁੰਚੇ, ਪਰ ਤੁਸੀਂ ਜਿਸ ਪੜਾਅ ਤੇ ਆ ਗਏ ਹੋ ਉੱਥੇ ਕੁਝ ਗੱਲਾਂ ਕਰਨੀਆਂ ਬਹੁਤ ਜ਼ਰੂਰੀ ਹੋ ਜਾਂਦੀਆਂ ਨੇ। 2-4 ਗੱਲਾਂ ਕਰਨੀਆਂ ਸੀ। ਮੇਰੇ ਖਿਲਾਫ ਬੜਾ ਪ੍ਰਚਾਰ ਹੋ ਰਿਹਾ, ਮੇਰੇ ਖਿਲਾਫ ਸਾਰੀ ਸਾਡਾ ਜਿਹੜਾ ਸੰਘਰਸ਼ੀ ਲੋਕ ਵੀ ਆ ਤੇ ਸਾਡਾ ਆਵਾਮ ਆ, ਉਹ ਇਹ ਪ੍ਰਚਾਰ ਕਰ ਰਿਹਾ ਵੀ ਦੇਖੋ ਦੀਪ ਨੇ ਇਹ ਅੰਦੋਲਨ ਖਰਾਬ ਕਰਤਾ, ਦੀਪ ਨੇ ਲੋਕਾਂ ਨੂੰ ਭੜਕਾਇਆ। ਪਹਿਲੀ ਗੱਲ ਤਾਂ ਆਪਾਂ ਕੱਲ ਰਾਤ ਤੋਂ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਸੀ, ਕੱਲ ਰਾਤ ਤੋਂ ਸੀਕੁਐਂਸ ਆਫ ਇਵੈਂਟ ਜੋ ਹੋ ਰਹੇ ਸੀ ਮੋਰਚੇ 'ਚ, ਉਹਨੂੰ ਸਮਝਦੇ ਆ। ਪਹਿਲਾਂ ਸਾਡੇ ਪੰਧੇਰ ਸਾਹਿਬ ਤੇ ਪੰਨੂ ਸਾਹਿਬ ਨੇ ਇਹ ਗੱਲ ਮੋਰਚੇ ਦੀ ਸਟੇਜ ਤੋਂ ਆਖੀ ਵੀ ਅਸੀਂ ਪੁਲਿਸ ਵਾਲੇ ਦਿੱਤੇ ਹੋਏ ਰੂਟ ਤੋਂ ਆਪਦਾ ਮਾਰਚ ਨਹੀਂ ਕੱਢਾਂਗੇ, ਰੋਸ ਮਾਰਚ ਨਹੀਂ ਕੱਢਾਂਗੇ, ਅਸੀਂ ਦਿੱਲੀ ਦੇ ਅੰਦਰ ਜਾਵਾਂਗੇ। ਹੁਣ ਉਸ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ 'ਚ ਇੱਕ ਆਮ ਸਹਿਮਤੀ ਹੋਈ, ਆਗੂਆਂ 'ਚ ਆਪਸੀ ਸਹਿਮਤੀ ਇਹ ਹੋਈ ਵੀ ਉਹਨਾਂ ਨੇ ਆਪਦਾ ਜੋ ਰੂਟ ਪਹਿਲਾਂ ਤੈਅ ਕੀਤਾ ਸੀ ਵੀ ਰਿੰਗ ਰੋਡ ਤੇ ਜਾਣਾ, ਉਹਨੂੰ ਚੇਂਜ ਕਰਕੇ ਪੁਲਿਸ ਵੱਲੋਂ ਦਿੱਤੇ ਹੋਏ ਰੂਟ ਤੇ
ਸਹਿਮਤੀ ਜਤਾਈ। ਉਸ ਵੇਲੇ ਵੀ ਤੁਸੀਂ ਮੇਰੇ ਸਾਰੇ ਵੀਡੀਓ ਦੇਖ ਲਓ, ਉਹਦੇ 'ਚ ਇਹ ਗੱਲ ਕਹੀ ਗਈ ਆ ਵੀ ਇੱਕ ਸਾਂਝਾ ਫੈਸਲਾ ਲੈ ਲਓ, ਕਿਉਂਕਿ ਸੰਗਤ ਦਾ ਜਿਹੜਾ ਰੌਂ ਆ, ਸੰਗਤ 'ਚ ਜਿਹੜਾ ਇਸ ਟਾਈਮ ਸੰਗਤ ਦਾ ਫੈਸਲਾ ਉਹ ਕੁਝ ਹੋਰ ਆ, ਸੰਗਤ ਦੇ ਜਜ਼ਬਾਤ ਆ ਜਿਹੜੇ ਕੁਝ ਹੋਰ ਆ, ਪਰ ਜੋ ਸਾਡੇ ਆਗੂ ਸਹਿਬਾਨ ਤੈਅ ਕਰੀ ਪਏ ਆ ਉਹ ਕੁਝ ਹੋਰ ਆ। ਸੋ ਇਸ ਕਰਕੇ ਕੱਲ ਰਾਤ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਉੱਥੇ ਨੌਜਵਾਨਾਂ ਨੇ ਬਹੁਤ ਜ਼ਿਆਦਾ ਆਪਦੇ ਜੋਸ਼ ਨਾਲ ਤੇ ਇਹ ਕਹਿ ਲਓ ਨਾਲ ਹੋਸ਼ ਨਾਲ ਵੀ ਆਪਦਾ ਰੋਸ ਪ੍ਰਗਟ ਕੀਤਾ ਵੀ ਅਸੀਂ ਦਿੱਲੀ ਦੇ ਅੰਦਰ ਜਾਣਾ ਤੇ ਅਸੀਂ ਜੋ ਪ੍ਰੋਗਰਾਮ ਤੁਸੀਂ ਜਿਹੜੇ ਰੂਟ ਦਾ ਦੇ ਰਹੇ ਹੋ, ਜੋ ਸਰਕਾਰ ਨੇ ਦਿੱਤਾ ਜਾਂ ਪੁਲਿਸ ਨੇ ਦਿੱਤਾ, ਉੱਥੇ ਰੋਸ ਮਾਰਚ ਨਹੀਂ ਕਰਨਾ। ਇਹ ਗੱਲ ਜਦੋਂ ਅਸੀਂ ਸਟੇਜ ਤੋਂ ਉਹ ਮੌਕਾ ਵੀ ਸੰਭਾਲਿਆ ਤੇ ਕਿਸਾਨ ਆਗੂਆਂ ਨਾਲ ਸ਼ੇਅਰ ਕੀਤੀ ਵੀ ਆਪਾਂ ਬੈਠ ਕੇ ਇੱਕ ਸਾਂਝਾ ਫੈਸਲਾ ਲਈਏ, ਤੇ ਇਸ ਗੱਲ ਨੂੰ ਇਗਨੋਰ ਕੀਤਾ ਗਿਆ। ਪਬਲਿਕ ਸੈਂਟੀਮੈਂਟ ਨੂੰ ਜਾਂ ਲੋਕਾਂ ਦੇ ਜੈਨੂਇਨ ਸੈਂਟੀਮੈਂਟ ਨੂੰ ਇਗਨੋਰ ਕੀਤਾ ਗਿਆ ਤੇ ਇਹ ਗੱਲ ਕਹੀ ਗਈ ਜੋ ਅਸੀਂ ਕਵਾਂਗੇ ਅਸੀਂ ਉਹੀ ਕਰਾਂਗੇ ਹੁਣ। ਸੋ ਔਰ ਸੰਗਤ ਨੂੰ ਵੀ ਉਹੀ ਕਰਨਾ ਪਊਗਾ। ਇਦੋਂ ਬਾਅਦ ਅਗਲੀ ਗੱਲ ਜਦੋਂ ਇਹ ਹੋਈ ਵੀ ਸਵੇਰੇ ਪੰਧੇਰ ਸਾਹਿਬ ਤੇ ਪੰਨੂ ਸਾਹਿਬ ਅੱਗੇ ਲੱਗੇ, ਉਹਨਾਂ ਦੇ ਟਰੈਕਟਰ ਤੇ ਉਹਨਾਂ ਦੀ ਜਥੇਬੰਦੀ ਅੱਗੇ ਸੀ, ਤੇ ਫਿਰ ਸੰਗਤ ਨੇ ਆਪ ਮੁਹਾਰੇ ਹੁਣ ਦੀਪ ਸਿੱਧੂ ਕਹਿੰਦੇ ਲੋਕਾਂ ਨੂੰ ਭੜਕਾ ਗਿਆ। ਤੁਸੀਂ ਇੱਕ ਗੱਲ ਸੋਚੋ ਵੀ ਲੱਖਾਂ ਲੋਕ, ਕੱਲਾ ਦੀਪ ਸਿੱਧੂ ਭੜਕਾ ਗਿਆ। ਦੀਪ ਸਿੱਧੂ ਉਸ ਵਹਿਣ 'ਚ ਜਿਹੜਾ ਆਪ ਮੁਹਾਰੇ ਸੰਗਤ ਚਾਰੇ ਪਾਸਿਓਂ ਲਾਲ ਕਿਲੇ ਵੱਲ ਨੂੰ ਸਿੱਧੀ ਹੋ ਗਈ, ਤਾਂ ਦੀਪ ਸਿੱਧੂ ਵੀ ਉਹਨਾਂ 'ਚ ਇੱਕ ਸੀ। ਹੁਣ ਲੱਖਾਂ ਲੋਕ, ਤੁਸੀਂ ਇਹ ਵੀ ਦੇਖ ਲਓ ਵੀ ਜਿਹੜਾ ਜਥੇਬੰਦੀਆਂ ਨੇ ਰੂਟ ਦਿੱਤਾ ਸੀ ਉਸ ਰੂਟ ਤੇ ਕਿੰਨੇ ਕ ਸਾਡੀ ਸੰਗਤ ਗਈ, ਤੇ ਜਿਹੜਾ ਰੂਟ ਆਪ ਮੁਹਾਰੇ ਹੋ ਕੇ ਸੰਗਤ ਨੇ ਬਣਾ ਲਿਆ ਉਸ ਰੂਟ ਤੇ ਕਿੰਨੀ ਕ ਸੰਗਤ ਗਈ, ਇਹਨੂੰ ਮਾੜਾ ਜਿਹਾ ਦੇਖ ਲਓ। ਤੇ 4 ਮੋਰਚੇ ਤੋੜ ਕੇ 4 ਥਾਵਾਂ ਤੋਂ ਬੈਰੀਕੇਡਿੰਗ ਤੋੜ ਕੇ ਸੰਗਤ ਲਾਲ ਕਿਲੇ 'ਚ ਦਾਖਲ ਹੋਈ, ਲਾਲ ਕਿਲੇ 'ਚ ਪਹੁੰਚੀ। ਉੱਥੇ ਮੈਂ ਤਾਂ ਕੀ, ਉੱਥੇ ਜੋ ਸਾਡੀਆਂ ਰੂਹਾਂ ਸੀਗੀਆਂ ਉਹਨਾਂ 'ਚ ਜੋ ਇੱਕ ਵਹਿਣ ਸੀ ਉਹ ਸਾਰੇ ਉਸ ਵਹਿਣ 'ਚ ਬਹਿ ਗਏ, ਤੇ ਅਸੀਂ ਕੋਈ ਵੀ ਪੋਸਟ ਤੋਂ ਝੰਡਾ ਨਹੀਂ ਲਾਹਿਆ, ਆਪਦਾ ਝੰਡਾ ਜਾ ਕੇ ਨਿਸ਼ਾਨ ਸਾਹਿਬ ਤੇ ਕਿਸਾਨ ਮਜ਼ਦੂਰ ਏਕਤਾ ਦਾ ਜਿਹੜਾ ਝੰਡਾ ਉੱਥੇ ਜਾ ਕੇ ਚੜਾਇਆ। ਸੋ ਅਸੀਂ ਹਮੇਸ਼ਾ ਹੀ ਜਿਹੜੇ ਏਡੇ ਵੱਡੇ ਸੰਘਰਸ਼ਾਂ ਦੇ ਵਹਿਣ ਹੁੰਦੇ ਆ ਨਾ, ਉਹਨੂੰ ਅਸੀਂ ਕਿਸੇ ਪਾਰਟਿਕੂਲਰ ਜਾਂ ਕਿਸੇ ਖਾਸ ਵਿਅਕਤੀਆਂ ਨਾਲ ਜੋੜ ਕੇ ਦੇਖਣ ਲੱਗ ਜਾਂਦੇ ਆ, ਇੱਥੇ ਹੀ ਗਲਤੀ ਕਰ ਜਾਂਦੇ ਆ। ਇਹ ਫਿਰ ਸਾਰੇ 5-10 ਲੱਖ ਲੋਕ 5 ਤੋਂ 10 ਲੱਖ ਲੋਕ, ਹੋ ਸਕਦਾ ਗਿਣਤੀ ਇਦੋਂ ਵੀ ਵੱਡੀ ਹੋਵੇ, ਉਹ ਸਾਰੇ ਹੀ ਕਲਪਰੇਟ ਹੋ ਗਏ, ਉਹ ਸਾਰੇ ਹੀ ਵਿਲਨ ਹੋ ਗਏ ਕਿ ਇਕੱਲਾ ਦੀਪ ਸਿੱਧੂ ਵਿਲਨ ਹੋ ਗਿਆ। ਤੁਸੀਂ ਇਹੀ ਪਹਿਲਾਂ ਇਤਿਹਾਸ 'ਚ ਅਸੀਂ ਗਲਤੀਆਂ ਕੀਤੀਆਂ, ਅਸੀਂ ਸੰਘਰਸ਼ਾਂ ਦੇ ਵਹਿਣ ਨੂੰ ਕਿਸੇ ਖਾਸ ਸ਼ਖਸੀਅਤ ਦੇ ਨਾਲ ਜੋੜ ਕੇ ਦੇਖਣ ਲੱਗ ਜਾਂਦੇ ਆ ਤੇ ਇੱਕ ਬੰਦੇ ਨੂੰ ਵਿਲਨ ਬਣਾ ਦਿੰਨੇ ਆ। ਨਹੀਂ, ਉੱਥੇ ਸਾਰੀ ਸੰਗਤ ਦਾ ਜਿਹੜਾ ਰੌਂ ਸੀ, ਸੰਗਤ ਦਾ ਫੈਸਲਾ ਸੀ, ਉਹ ਦਿੱਲੀ ਜਾਣ ਦਾ ਸੀ, ਦਿੱਲੀ ਐਂਟਰ ਹੋਣ ਦਾ ਸੀ। ਜਦੋਂ ਅਸੀਂ ਦਿੱਲੀ ਐਂਟਰ ਹੋਏ ਉਦੋਂ ਬਾਅਦ ਫਿਰ ਜਿਉਂ-ਜਿਉਂ ਰਸਤਾ ਬਣਦਾ ਗਿਆ ਤਿਉਂ-ਤਿਉਂ ਉਧਰ ਨੂੰ ਵਧਦੇ ਗਏ। ਜਦੋਂ ਮੈਂ ਲਾਲ ਕਿਲੇ ਪਹੁੰਚਿਆ ਮੇਰੇ ਖਿਆਲ 'ਚ ਉੱਥੇ ਘੱਟੋ ਘੱਟ ਲੱਖ ਬੰਦੇ ਤੋਂ ਵੱਧ ਇਕੱਠ ਆਲਰੇਡੀ ਸੀਗਾ। ਸੋ ਮੇਰੇ ਕਿਸੇ ਵੀਡੀਓ 'ਚ ਜਾਂ ਕਿਸੇ ਹੋਰ ਵੀਡੀਓ 'ਚ ਵੀ ਇਹ ਦਿਖਾ ਦਿਓ ਵੀ ਦੀਪ ਸਿੱਧੂ ਸਾਰੇ ਨੂੰ ਅੱਗੇ ਲੱਗ ਕੇ ਲਾਲ ਕਿਲਾ ਲੈ ਗਿਆ ਹੋਵੇ। ਮੈਂ ਚਲੋ ਸਾਡੇ ਲੋਕ ਤਾਂ ਭੋਲੇ ਆ, ਉਹਨਾਂ ਨੂੰ ਜੋ ਤੁਸੀਂ ਗੱਲ ਕਹੋਗੇ ਕਈ ਵਾਰੀ ਮੰਨ ਲੈਂਦੇ ਆ, ਪਰ ਜਿਹੜੇ ਸਾਡੇ ਇੰਟੈਲੈਕਚੁਅਲਸ ਵੀ ਆ, ਜਿਹੜੇ ਗੱਲਾਂ ਨੂੰ ਸਮਝਦੇ ਆ, ਉਹ ਵੀ ਇਹ ਗੱਲਾਂ ਕਰੀ ਜਾਂਦੇ ਆ, ਤਾਂ ਇਸ ਗੱਲ ਦਾ ਤਾਂ ਅਫਸੋਸ ਹੀ ਕੀਤਾ ਜਾ ਸਕਦਾ। ਮੈਂ ਮੋਰਚੇ ਤੋਂ ਜਾਂ ਸਾਡੇ ਕਿਸਾਨਾਂ ਦੇ ਜਿਹੜੇ ਸਾਡੇ ਹਿੱਤ ਆ ਉਹ ਤੋਂ ਵੱਡਾ ਨਹੀਂ ਆ। ਆਪਾਂ ਇੱਥੇ ਭੜਕਾਉਣ ਨਹੀਂ ਆਏ। ਹਮੇਸ਼ਾ ਜਦੋਂ ਇਤਿਹਾਸ 'ਚ ਕੋਈ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਉਸ ਵੇਲੇ ਇੱਕੋ ਹੀ ਗੱਲ ਕਹੀ ਜਾਂਦੀ ਆ, ਫਲਾਣੇ ਬੰਦੇ ਨੇ ਭੜਕਾਤਾ। ਨਹੀਂ, ਉਹ ਇੱਕ ਵਹਿਣ ਹੁੰਦਾ, ਉਸ ਵਹਿਣ 'ਚ ਹਰ ਕੋਈ ਵਹਿ ਜਾਂਦਾ। ਜਿਵੇਂ ਮੈਂ ਵਹਿ ਗਿਆ, ਜਿਵੇਂ ਬਾਕੀ ਸਾਡੇ 5 ਲੱਖ 10 ਲੱਖ ਲੋਕ ਵਹਿ ਗਏ, ਇੱਕ ਵਹਿਣ ਸੀ ਉਹ। ਸੋ ਉੱਥੇ ਕੋਈ ਵੀ ਹੁੰਦਾ ਉਹੀ ਕਰਦਾ ਜੋ ਅਸੀਂ ਕਰਨ ਗਏ ਸੀ, ਤੇ ਅਸੀਂ ਕਿਸੇ ਜਗ੍ਹਾ ਜਾ ਕੇ ਆਪਦੀ ਆਵਾਜ਼ ਬੁਲੰਦ ਕਰਾਂਗੇ, ਸਿੰਬੋਲਿਕਲੀ ਨਿਸ਼ਾਨ ਸਾਹਿਬ ਤੇ ਕਿਸਾਨੀ ਦਾ ਝੰਡਾ ਲਾਵਾਂਗੇ। ਔਰ ਤਿਰੰਗਾ ਦਾ ਪਿੱਛੇ ਝੂਲ ਰਿਹਾ, ਇੱਥੇ ਸਾਡੇ ਪੰਥ ਮਹਾਰਾਜ ਦੇ ਨਿਸ਼ਾਨ ਝੂਲ ਰਹੇ ਆ, ਕਿਉਂਕਿ ਸਾਡੇ ਮੋਰਚੇ 'ਚ ਦੇਖ ਲਓ ਤੁਸੀਂ, ਨਿਸ਼ਾਨ ਸਾਹਿਬ ਤੇ ਕਿਸਾਨੀ ਦੇ ਝੰਡੇ ਹੀ ਆ ਨਾ, ਹੋਰ ਤਾਂ ਸਾਡੇ ਕੋਲੇ ਕੁਝ ਨਹੀਂ ਆ। ਸੋ ਆਪਾਂ ਕੋਈ ਹਿੰਸਾ ਨਹੀਂ ਕੀਤੀ, ਕਿਸੇ ਨੂੰ ਨਹੀਂ ਭੜਕਾਇਆ।
ਅਸੀਂ ਕਿਹੜਾ ਕਿਸੇ ਨੂੰ ਮਾਰਨ ਗਏ ਸੀ, ਸਾਡੇ ਖਾਲੀ ਹੱਥ ਸੀ, ਹੱਥਾਂ 'ਚ ਝੰਡੇ ਸੀ ਤੇ ਟਰੈਕਟਰਾਂ ਤੇ ਕਾਰਾਂ ਤੇ ਅਸੀਂ ਗਏ ਆ। ਹੁਣ ਤੁਸੀਂ ਦੇਖੋ ਇਹਨੂੰ ਹਿੰਸਕ ਕਹੋਗੇ, ਮੈਂ ਕਿੱਦੇ ਦਾ ਇੱਕ ਗੱਲ ਕਹੀ ਜਾਣਾ। ਹਾਂਜੀ, ਬਾਕੀ ਅਸੀਂ ਜ਼ਾਬਤੇ 'ਚ ਰਹੇ ਆ, ਕਿਸੇ ਨੂੰ ਕਿਸੇ ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਨਹੀਂ ਪਹੁੰਚਾਇਆ। ਜੇ ਸਾਡੇ ਤੇ ਅੱਗੋਂ ਉਹਨਾਂ ਨੇ ਕੋਈ ਲਾਠੀ ਚਾਰਜ ਕੀਤਾ ਜਾਂ ਹਮਲਾ ਕੀਤਾ, ਉਹਦਾ ਮਾੜਾ ਮੋਟਾ ਕਿਸੇ ਨੇ ਜਵਾਬ ਦਿੱਤਾ, ਪਰ ਕੋਈ ਪਬਲਿਕ ਪ੍ਰਾਪਰਟੀ ਨੂੰ, ਕਿਸੇ ਪੁਲਿਸ ਫੋਰਸ ਨੂੰ ਅਸੀਂ ਨੁਕਸਾਨ ਨਹੀਂ ਪਹੁੰਚਾਇਆ। ਕਿਤੇ ਹੋਰ ਛੋਟੀ ਮੋਟੀ ਘਟਨਾ ਕੋਈ ਹੋ ਗਈ ਹੋਵੇ, ਆਪਸੀ ਬਹਿਸਬਾਜ਼ੀ ਹੋ ਗਈ ਹੋਵੇ, ਉਹਦੇ ਲਈ ਵੀ ਅਸੀਂ ਇਹ ਕਹਿੰਦੇ ਆ ਵੀ ਐਡੇ ਵੱਡੇ ਅੰਦੋਲਨ 'ਚ ਕਈ ਵਾਰੀ ਆਪਸੀ ਇਹ ਗੱਲ ਵਾਪਰ ਜਾਂਦੀ ਆ, ਪਰ ਓਵਰਆਲ ਤੁਸੀਂ ਦੇਖ ਲਓ ਕੋਈ ਕਿਸੇ ਲੁੱਟ ਖਸੁੱਟ 'ਚ ਨਹੀਂ ਪਏ, ਕਿਸੇ ਪ੍ਰਾਪਰਟੀ ਨੂੰ, ਕਿਸੇ ਵਿਅਕਤੀ ਨੂੰ ਨੁਕਸਾਨ ਨਹੀਂ ਪਹੁੰਚਾਇਆ। ਉੱਥੇ ਜਾ ਕੇ ਅਸੀਂ ਸਿੰਬੋਲਿਕਲੀ ਸਿੰਬੋਲਿਕਲੀ ਆਪਦਾ ਰੋਸ ਦਰਜ ਕੀਤਾ। ਇੰਨੀ ਕੁ ਗੱਲ ਸੀ, ਇੱਥੇ ਕੋਈ ਭੜਕਾ ਕੇ ਨਹੀਂ ਲੈ ਕੇ ਗਿਆ। ਕੱਲਾ ਦੀਪ ਸਿੱਧੂ ਨਹੀਂ ਸੀ, ਉੱਥੇ ਲੱਖਾਂ ਲੋਕ ਸੀ। ਤੁਸੀਂ ਜੇ ਸੰਘਰਸ਼ਾਂ ਨੂੰ ਇੰਨੀ ਤੰਗ ਨਜ਼ਰੀ ਨਾਲ ਦੇਖਣ ਲੱਗ ਜਾਓਗੇ ਵੀ ਦੀਪ ਸਿੱਧੂ ਭੜਕਾ ਕੇ ਲੈ ਗਿਆ, ਤਾਂ ਮੈਨੂੰ ਲੱਗਦਾ ਫਿਰ ਇਹ ਸਾਡੇ ਲਈ ਕੋਈ ਬਾਹਲੀ ਵਧੀਆ ਗੱਲ ਨਹੀਂ ਆ। ਫਿਰ ਤਾਂ ਇਤਿਹਾਸ ਤੋਂ ਅਸੀਂ ਕੁਝ ਵੀ ਨਹੀਂ ਸਿੱਖਿਆ, ਅੱਜ ਤੱਕ ਇਤਿਹਾਸ ਤੋਂ ਕੁਝ ਵੀ ਨਹੀਂ ਸਿੱਖਿਆ। ਸੋ ਮੈਂ ਬੇਨਤੀ ਕਰਦਾ ਸਾਡੇ ਜਿਹੜੇ ਸਾਰੇ ਸੰਘਰਸ਼ੀ ਬੰਦੇ ਆ ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਹੁਣ ਖਾਸ ਕਰਕੇ ਵੀ ਤੁਸੀਂ ਬੜਾ ਕੁਝ ਮੇਰੇ ਖਿਲਾਫ ਬੋਲ ਰਹੇ ਹੋ, ਤੁਸੀਂ ਬੜਾ ਕੁਝ ਇਹ ਪ੍ਰਚਾਰ ਕਰ ਰਹੇ ਹੋ ਵੀ ਦੀਪ ਸਿੱਧੂ ਗਦਾਰ ਆ, ਦੀਪ ਸਿੱਧੂ ਬੀਜੇਪੀ ਦਾ ਬੰਦਾ, ਦੀਪ ਸਿੱਧੂ ਆਰਐਸਐਸ ਦਾ ਬੰਦਾ। ਇੱਕ ਗੱਲ ਸੋਚੋ, ਤੁਸੀਂ ਸੰਗਤ ਦੇ ਜਿਹੜੇ ਸੈਂਟੀਮੈਂਟਸ ਹੀ ਨਹੀਂ ਅੱਜ ਤੱਕ ਸਮਝੇ, ਤੇ ਤੁਸੀਂ ਵੀ ਉਹੀ ਗੱਲ ਕਰ ਰਹੇ ਹੋ ਜੋ ਸਰਕਾਰ ਗੱਲ ਕਰਦੀ ਆ ਵੀ ਇਹ ਸ਼ਰਾਰਤੀ ਅਨਸਰ ਆ, ਇਹਨਾਂ ਲੋਕਾਂ ਨੂੰ ਸ਼ਰਾਰਤੀ ਅਨਸਰ ਕਹਿ ਦੇਣਾ, ਇਹਨਾਂ ਨੂੰ ਅੱਤਵਾਦੀ ਕਹਿ ਦੇਣਾ। ਇੱਥੇ ਸਾਰੇ ਕਿਸਾਨ ਆ, ਸਾਰੇ ਆਪਦੇ ਇੱਕ ਜ਼ਾਬਤੇ 'ਚ ਰਹਿ ਕੇ ਪੀਸਫੁਲ ਰੋਸ ਜਤਾਉਣ ਗਏ ਸੀ। ਕੋਈ ਸ਼ਰਾਰਤੀ ਅਨਸਰ ਨਹੀਂ ਆ। ਇੱਕ ਬਹਾਓ ਹੁੰਦਾ ਅੰਦੋਲਨ ਦਾ, ਉਸ ਬਹਾਓ 'ਚ ਜਾ ਕੇ ਸੰਗਤ ਨੇ ਆਪ ਮੁਹਾਰੇ ਜੋ ਕੀਤਾ ਉਹ ਕੀਤਾ, ਕਿਉਂਕਿ ਸਾਡੀ ਲੀਡਰਸ਼ਿਪ ਜਿਵੇਂ ਸਰਕਾਰ ਨਹੀਂ ਸਮਝਦੀ, ਉਵੇਂ ਸਾਡੀ ਲੀਡਰਸ਼ਿਪ ਵੀ ਜਿਹੜੇ ਜੈਨੂਇਨ ਸੈਂਟੀਮੈਂਟਸ ਆ ਸੰਗਤ ਦੇ, ਉਹਨੂੰ ਨਹੀਂ ਸਮਝਦੀ। ਜੇ ਸਮਝਦੀ ਹੁੰਦੀ ਤਾਂ ਕੱਲ ਰਾਤ ਨੂੰ ਸਾਰਿਆਂ ਨਾਲ ਬੈਠ ਕੇ ਮੀਟਿੰਗ ਕਰਕੇ ਇੱਕ ਸਾਂਝਾ ਫੈਸਲਾ ਲਿਆ ਜਾਂਦਾ। ਮੇਰੀਆਂ ਕੱਲ ਤੱਕ ਦੀਆਂ ਪੋਸਟਾਂ ਦੇਖ ਲਓ, ਤੇ ਮੈਂ ਹੁਣ ਵੀ ਕਹਿ ਰਿਹਾ ਵੀ ਅਸੀਂ ਏਕੇ 'ਚ ਰਹੀਏ, ਅਸੀਂ ਅੰਦੋਲਨ ਨੂੰ ਬਰਬਾਦ ਜਾਂ ਇਹਨੂੰ ਕਹਿ ਲਓ ਵੀ ਅਸੀਂ ਇਹਨੂੰ ਕਿਸੇ ਢੰਗ ਨਾਲ ਖਰਾਬ ਨਾ ਕਰ ਲਈਏ, ਇੱਕ ਦੂਜੇ ਤੇ ਦੂਸ਼ਣਬਾਜ਼ੀ ਨਾ ਲਾਓ। ਅਸੀਂ ਏਕੇ 'ਚ ਰਹੀਏ, ਜ਼ਾਬਤੇ 'ਚ ਰਹੀਏ। ਕੋਈ ਨਹੀਂ, ਜੋ ਹੁਣ ਮੇਰੇ ਨਾਲ ਹੋਊ ਅਕਾਲ ਪੁਰਖ ਵਾਹਿਗੁਰੂ ਉਹ ਆਪੇ ਭਲੀ ਕਰੂਗਾ, ਮੈਂ ਨਜਿੱਠੂਗਾ। ਸੋ ਬਾਕੀ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਰਹੋ, ਏਕੇ 'ਚ ਰਹੋ, ਉਸ ਅਕਾਲ ਪੁਰਖ ਵਾਹਿਗੁਰੂ ਤੇ ਭਰੋਸਾ ਰੱਖੋ। ਜੋ ਉਹਨੇ ਕੀਤਾ ਠੀਕ ਕੀਤਾ, ਜੋ ਕਰੂਗਾ ਠੀਕ ਹੀ ਕਰੂਗਾ। ਇਹ ਸਨ ਅੱਜ ਦੀਆਂ ਖਾਸ ਖਬਰਾਂ। ਦੇਸ਼ ਵਿਦੇਸ਼ ਦੀਆਂ ਹੋਰ ਖਬਰਾਂ ਲਈ ਤੁਸੀਂ ਦੇਖਦੇ ਰਹੋ ਪੰਜਾਬ ਮਿਲ USA TV। ਧੰਨਵਾਦ।